ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ, ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਲਾਗੂ ਕੀਤਾ ਹੈ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਉਹਨਾਂ ਤੇ ਹੋਈ ਹੈ। ਆਪ ਗਵਾਏ ਸੇਵਾ ਕਰੀ ਤਾਂ ਕਿਛ ਪਾਏ ਮਾਨ। ਹੁਣ ਆਓ ਅੱਜ ਆਪਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਿਛਲੇ ਦਿਨੀ ਵੀ ਸੰਗਤਾਂ ਨੇ ਦਿਨ ਦੇ ਦਿਨ ਵੀ ਆਪਾਂ ਮਨਾਇਆ। ਸ਼ਾਮ ਦੇ ਵਕਤ ਬੇਅੰਤ ਸੰਗਤਾਂ ਆਈਆਂ, ਉਸ ਦਿਨ ਵੀ ਵਿਚਾਰ ਕੀਤੀ ਸੀ ਤੇ ਅੱਜ ਵੀ ਆਪਾਂ ਗੁਰੂ ਦੀ ਯਾਦ ਵਿੱਚ ਜੁੜੇ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ 20 ਵਿਸਾਖ 15 ਅਪ੍ਰੈਲ ਸੰਮਤ 1526 ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਜਿਸ ਨਗਰ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਗੁਰੂ ਬਾਬਾ ਜੀ ਦਾ, ਉਸ ਨਗਰ ਦਾ ਪਹਿਲੋ ਨਾਮ ਸੀ ਰਾਏਪੁਰ। ਰਾਏਪੁਰ ਤੋਂ ਬਾਅਦ ਉਹਦਾ ਨਾਮ ਪੈ ਗਿਆ ਰਾਏ ਭੋਏ ਦੀ ਤਲਵੰਡੀ, ਕਿਉਂਕਿ ਜਿਹੜਾ ਰਾਜਾ ਸੀ ਨਾ ਰਾਏ ਭੋਏ ਨਵਾਬ ਉੱਥੋਂ ਦਾ, ਉਹਦੇ ਚਲੇ ਜਾਣ ਤੋਂ ਬਾਅਦ ਫਿਰ ਜਿਹੜਾ ਉਹਦਾ ਪੁੱਤਰ ਸੀ ਰਾਏ ਬੁਲਾਰ। ਹੁਣ ਇਹਦਾ ਨਾਮ ਰਾਏ ਭੋਏ ਕਿਉਂ ਪਿਆ? ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਰਾਜਪੂਤ ਲੋਕ ਸਨ, ਬਹੁਤਾਤ ਵਿੱਚ ਉਹ ਮੁਸਲਮਾਨ ਬਣ ਗਏ ਸਨ, ਜਾਂ ਉਹਨਾਂ ਨੂੰ ਕੋਈ ਲਾਲਚ ਤੇ ਸਵਾਰਥ ਦੇ ਕੇ ਮੁਸਲਮਾਨ ਬਣਾ ਲਿਆ ਜਾਂਦਾ ਸੀ। ਤੇ ਉਹਨਾਂ ਦੇ ਵਿੱਚੋਂ ਇਹ ਰਾਜਪੂਤ ਭੱਟੀ ਸੀ ਰਾਏ ਭੋਏ, ਤੇ ਉਸ ਤੋਂ ਬਾਅਦ ਉਹਦਾ ਪੁੱਤਰ ਰਾਏ ਬੁਲਾਰ। ਕਿਉਂਕਿ ਗੁਜਰਾਤ ਦੇ ਵਿੱਚ ਇੱਕ ਨਗਰ ਪੈਂਦਾ ਹੈ ਤੇ ਉਹਦਾ ਨਾਮ ਹੈ ਭੱਟੀ। ਇਹ ਦੁੱਲੇ ਭੱਟੀ ਦੇ ਨਾਮ ਤੇ ਭੱਟੀ ਸੀ। ਅੱਗੋਂ ਉਹਦਾ ਪੁੱਤਰ ਵੀ ਹੋਇਆ ਸੁਲਤਾਨ ਖਾਨ। ਰਹੋ ਵਿਚਾਰ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਗੁਰੂ ਬਾਬਾ ਜੀ ਦੇ ਬਜ਼ੁਰਗਾਂ ਦਾ ਪਿੰਡ ਹੈ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਜ਼ੁਰਗਾਂ ਦਾ ਉਹ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨਤਾਰਨ, ਪੱਠੇਵਿੰਡ ਪਿੰਡ ਹੈ ਜਿਹੜਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਜ਼ੁਰਗਾਂ ਦਾ ਪਿੰਡ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਦਾਦਾ ਸ਼ਿਵ ਰਾਮ ਜੀ ਸਨ ਤੇ ਦਾਦੀ ਦਾ ਜਿਹੜਾ ਨਾਮ ਸੀ ਬਨਾਰਸੀ, ਇਹ ਇੱਥੋਂ ਦੇ ਰਹਿਣ ਵਾਲੇ ਸਨ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਪਰ ਗੁਰੂ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ, ਤੇ ਜਿਹਨੂੰ ਅੱਜ ਅਸੀਂ ਸ਼੍ਰੀ ਨਨਕਾਣਾ ਸਾਹਿਬ ਕਰਕੇ ਜਾਣਦੇ ਹਾਂ। ਗੁਰੂ ਬਾਬਾ ਜੀ ਦੀ ਯਾਦ ਵਿੱਚ ਬਣਿਆ ਹੈ। ਇੱਕ ਕਹਿੰਦਾ ਇੱਥੇ ਬਹੁਤੇ ਗਿਆਨਾਂ ਸੋ ਵੀ ਆ ਜਾਂਦੇ, ਕਈਆਂ ਦੀ ਯਾਦੇ ਪੜ੍ਹ ਕੇ ਵੀ ਅਕਲ ਪਰੇ ਹੋ ਜਾਂਦੀ। ਉਹ ਕਹਿੰਦਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਾਬਤ ਤੁਸੀਂ ਹੁਣ ਰੋਜ਼ ਅਰਦਾਸ ਵਿੱਚ ਵੀ ਕਹਿੰਦੇ ਹੋ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ। ਕਹਿੰਦੇ ਹੁਣ ਤਾਂ ਇਹ ਅਰਦਾਸ ਵਿੱਚੋਂ ਤੁਸੀਂ ਕੱਢ ਦਿਓ। ਮੈਂ ਕਿਹਾ ਇਹ ਅਰਦਾਸ ਪੰਥ ਨੇ ਬਣਾਈ ਹੈ, ਇਹ ਕੋਈ ਕਿਸੇ ਦੀ ਲਿਖੀ ਹੋਈ ਕਵਿਤਾ ਨਹੀਂ। ਕਹਿੰਦੇ ਹੁਣ ਤਾਂ ਰਸਤਾ ਖੁੱਲ੍ਹ ਗਿਆ ਹੈ, ਕਹਿੰਦੇ ਹੁਣ ਤੇ ਇਹਨੂੰ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਤੇ ਮੇਰੇ ਮਨ 'ਚ ਸਵਾਲ ਆ ਰਿਹਾ ਸੀ ਵੀ ਕੀ ਪਤਾ ਤੇਰੇ ਵਰਗੇ ਕਿੰਨੇ ਕੁ ਬੇਅਕਲੇ ਹੋਰ ਆ ਜਾਣ, ਉਹ ਫੇਰ ਬੰਦ ਕਰ ਦੇਣ। ਇਸ ਲਈ ਅਰਦਾਸ ਵਿੱਚ ਇਹ ਜਾਰੀ ਹੈ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਦੇ ਬਾਬਤ ਜਿਹੜੇ ਗੁਰਧਾਮ ਵਿਛੜੇ ਹੋਏ ਨੇ। ਇਸ ਲਈ ਜੋ ਅਰਦਾਸ ਵਿੱਚ ਲਿਖਿਆ ਉਹਦੇ ਵਿੱਚ ਕੋਈ ਅਦਲਾ ਬਦਲੀ ਨਹੀਂ, ਉਹਦੇ ਵਿੱਚੋਂ ਤੁਸੀਂ ਕੁਝ ਕੱਢ ਨਹੀਂ ਸਕਦੇ। ਤੁਹਾਡੇ ਤੋਂ ਜਾਣੇ ਅਣਜਾਣੇ ਗਲਤੀ ਹੋ ਗਈ, ਉਹ ਵੱਖਰੀ ਗੱਲ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਆ ਜਾ। ਜਿੱਥੇ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਹੈ ਨਾ, ਉੱਥੇ ਇੱਕ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਅਸਥਾਨ ਹੈ। ਕਿਉਂਕਿ ਜਿਹੜਾ ਸੰਗਰੂਰ ਹੈ ਉਹ ਵੀ ਇੱਕ ਇਤਿਹਾਸਕ ਸ਼ਹਿਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਿਆ ਸੀ। ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡਾ ਰਾਗ ਹੈ। ਗੁਰੂ ਨਾਨਕ ਪਾਤਸ਼ਾਹ ਨੇ 31 ਰਾਗਾਂ ਦੇ ਵਿੱਚੋਂ 19 ਰਾਗ ਉਚਾਰਨ ਕੀਤੇ ਨੇ। ਕਿੰਨੇ ਵੱਡੇ ਮਹਾਨ ਨੇ ਗੁਰੂ ਸਾਹਿਬ ਜੀ। 19 ਰਾਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ। ਤੇ ਉੱਥੇ ਜਿਹੜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਦੇ ਵਿੱਚੋਂ ਆਰੰਭ ਦੇ ਵਿੱਚ ਉਚਾਰਿਆ, ਸਹਿਜ ਪਾਠ ਕਰਨ ਵਾਲਿਆਂ ਨੂੰ ਪਤਾ ਵੀ ਸ਼ਬਦ ਕਿਹੜਾ ਹੈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਉਚਾਰਿਆ। ਵਿਦਵਾਨਾਂ ਨੇ ਤਾਂ ਇਹ ਵੀ ਲਿਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਥੇ ਕਲਯੁਗ ਦੇ ਨਾਲ ਵੀ ਵਾਰਤਾਲਾਪ ਹੋਈ ਹੈ, ਜੋ ਵਿਦਵਾਨਾਂ ਨੇ ਸਾਖੀਕਾਰਾਂ ਨੇ ਲਿਖਿਆ ਹੈ। ਹੁਣ ਤੇ ਇਤਿਹਾਸ ਸਾਖੀਆਂ ਅਸੀਂ ਸੁਣਦੇ ਨਹੀਂ,
ਸੁਣਾਉਣ ਵਾਲਾ ਵੀ ਵਿਚਾਰਾ ਠੜੰਬਰਦਾ ਹੈ, ਕਿਉਂਕਿ ਲੋਕ ਅੰਦਰੂਨੀ ਤੌਰ ਤੇ ਨਿਰਸ਼ਰਦਕ ਹੀ ਇੰਨੇ ਹੋ ਚੁੱਕੇ ਨੇ ਕਿ ਗੁਰੂ ਦਾ ਇਤਿਹਾਸ ਉਹ ਸੁਣਨ ਨੂੰ ਤਿਆਰ ਹੀ ਨਹੀਂ ਹਨ। ਮੈਂ ਵਿਸ਼ੇ ਵੱਲ ਆ ਜਾ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਸ ਸਮੇਂ ਪ੍ਰਕਾਸ਼ ਆਮਦ ਹੋਈ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ, ਮਹਿਤਾ ਕਲਿਆਣ ਦਾਸ ਜੀ ਤੇ ਮਹਿਤਾ ਕਾਲੂ ਵੀ ਇਤਿਹਾਸ ਵਿੱਚ ਆਏ ਹੈ। ਤਾਂ ਉਸ ਸਮੇਂ ਜਿਹੜੀ ਦੌਲਤਾਂ ਦਾਈ ਹੈ ਨਾ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਿਸ ਵਕਤ ਪ੍ਰਕਾਸ਼ ਸਮੇਂ, ਕਿਉਂਕਿ ਇਹਦੇ ਹੱਥੀਂ ਦੌਲਤਾਂ ਦਾਈ ਦੇ ਰਾਹੀਂ ਗੁਰੂ ਬਾਬਾ ਜੀ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ। ਕਹਿੰਦੇ ਨੇ ਇਧਰੋਂ ਦਾਈ ਨੇ ਆਖਿਆ ਮਹਿਤਾ ਕਾਲੂ ਜੀ ਨੂੰ ਕਿ ਮੈਨੂੰ ਭਰੋਸਾ, ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਹੈ, ਕਿਉਂਕਿ ਬੇਬੇ ਨਾਨਕੀ ਜੀ ਦਾ ਜਨਮ 1464 ਵਿੱਚ ਹੋਇਆ ਸੀ। 5 ਸਾਲ ਬੇਬੇ ਨਾਨਕੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲੋਂ ਵੱਡੀ ਸੀ, ਕਿਉਂਕਿ ਜਿਹੜਾ ਨਾਨਕਾ ਪਿੰਡ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ, ਉਹ ਚਾਹਲ ਹੈ, ਚਾਹਲ ਪਿੰਡ। ਤੇ ਇਸ ਚਾਹਲ ਪਿੰਡ ਦੇ ਵਿੱਚ ਹੀ 1464 ਵਿੱਚ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਹੋਇਆ ਸੀ। ਤਕਰੀਬਨ 5 ਸਾਲਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਨਾਨਕਿਆਂ ਦੇ ਪਿੰਡ ਜਨਮ ਹੋਣ ਕਰਕੇ ਨਾਮ ਨਾਨਕੀ ਪੈ ਗਿਆ ਸੀ। ਕਿੰਨੇ ਪਿਆਰੇ ਨਾਮ ਉਦੋਂ ਲੋਕ ਰੱਖਿਆ ਕਰਦੇ ਸਨ। ਹੁਣ ਮੈਂ ਇਸ ਵਿਸ਼ੇ ਵੱਲ ਨਹੀਂ ਜਾਣਾ। ਤੇ ਜਿਸ ਸਮੇਂ ਗੁਰੂ ਬਾਬਾ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਦੌਲਤਾਂ ਦਾਈ ਕਹਿੰਦੀ ਹੈ ਮਹਿਤਾ ਕਲਿਆਣ ਦਾਸ ਜੀ, ਘਰ ਦੇ ਵਿੱਚ ਪੁੱਤਰ ਬਾਲਕ ਜਿਹੜਾ ਆਏਗਾ ਨਾ, ਮੈਂ ਬਹੁਤ ਨਿਆਣਿਆਂ ਦੇ ਜਨਮ ਮੇਰੇ ਹੱਥਾਂ ਰਾਹੀਂ ਹੋਏ ਨੇ। ਪਹਿਲਾਂ ਲੋਕ ਕਹਿੰਦੇ ਨੇ ਦਾਈ ਕੀ ਜੰਮੇਗਾ, ਪੁੱਤਰ ਜਾਂ ਧੀ? ਜੇ ਪੁੱਤਰ ਹੋਇਆ ਤੇ ਤੈਨੂੰ ਦੌਲਤਾਂ ਦਾਈ ਮਾਲਾ ਮਾਲ ਕਰ ਦਿਆਂਗੇ। ਉਹ ਕਹਿੰਦੀ ਜਿਸ ਵਕਤ ਪੁੱਤਰ ਹੋ ਜਾਂਦਾ ਹੈ ਤੇ ਲੋਕ ਦਾਈਆਂ ਨੂੰ ਭੁੱਲ ਜਾਂਦੇ ਨੇ, ਲੋਕ ਸ਼ਰਾਬਾਂ ਦੇ ਦੌਰ ਚਲਾਉਂਦੇ ਨੇ, ਖੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਨੇ। ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈ ਕਿ ਇਸ ਘਰ ਦੇ ਵਿੱਚ ਜਿਹੜੇ ਬਾਲਕ ਨੇ ਆਉਣਾ ਹੈ, ਬੜੀ ਕਿਰਪਾ ਹੋਵੇਗੀ। ਪ੍ਰਸੰਗ ਲੰਬਾ ਹੈ, ਬੇਨਤੀ ਕਰਾਂ। ਜਿਸ ਸਮੇਂ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਹੋਈ ਨਾ, ਤਾਂ ਉਸ ਸਮੇਂ ਜਿਹੜੀ ਦੌਲਤਾਂ ਦਾਈ ਹੈ, ਇਧਰੋਂ ਬਾਹਰਲੇ ਪਾਸੇ ਜਿੰਨੀਆਂ ਵੀ ਸੰਗਤਾਂ ਨੇ, ਜਿਹੜੇ ਅਹਿਲਕਾਰ ਨੇ, ਇਤਿਹਾਸ ਕਹਿੰਦਾ ਹੈ ਮਹਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ, ਬਾਹਰ ਉਹਨਾਂ ਨੇ ਬੜਾ ਕੁਝ ਸਜਾ ਕੇ ਰੱਖਿਆ ਹੈ। ਪੁੱਤਰ ਦਾ ਜਨਮ ਹੋਏਗਾ ਤੇ ਖੁਸ਼ੀਆਂ ਵੰਡਾਂਗੇ। ਪਰ ਇਧਰੋਂ ਜਿਉਂ ਹੀ ਦੌਲਤਾਂ ਦਾਈ ਆਉਂਦੀ ਹੈ, ਕਹਿੰਦੇ ਨੇ ਉਸ ਸਮੇਂ ਮਹਿਤਾ ਕਾਲੂ ਜੀ ਕਹਿੰਦੇ ਦੌਲਤਾਂ ਅੱਜ ਮੈਂ ਬਹੁਤ ਖੁਸ਼ ਹਾਂ। ਜਦੋਂ ਨੇ ਆਖਿਆ ਨਾ ਘਰ ਵਿੱਚ ਪੁੱਤਰ ਦਾ ਜਨਮ ਹੋਇਆ, ਉਹ ਕਹਿੰਦਾ ਮੈਂ ਅੱਜ ਬਹੁਤ ਕੁਝ ਹਾਂ। ਤੂੰ ਜਿੰਨੀ ਦੌਲਤ ਤੂੰ ਆਪਣੀ ਝੋਲੀ ਅੱਡ, ਓਨਾ ਚਿਰ ਮੈਂ ਪਦਾਰਥ ਦੌਲਤ ਪਾਉਂਦਾ ਰਵਾਂਗਾ ਜਿੰਨਾ ਚਿਰ ਤੂੰ ਹੱਥ ਖੜਾ ਨਹੀਂ ਕਰਦੀ। ਕਹਿੰਦੇ ਅੱਗੋਂ ਦੌਲਤਾਂ ਦਾਈ ਕਹਿਣ ਲੱਗੀ ਮਹਿਤਾ ਕਾਲੂ ਜੀ ਮੈਨੂੰ ਤਾਂ ਦੌਲਤ ਮਿਲ ਗਈ ਹੈ, ਮੈਨੂੰ ਦੌਲਤ ਮਿਲ ਚੁੱਕੀ ਹੈ। ਕਹਿੰਦੇ ਮਹਿਤਾ ਕਾਲੂ ਜੀ ਕਹਿੰਦੇ ਤੈਨੂੰ ਦੌਲਤ ਕਿਹਨੇ ਦੇ ਦਿੱਤੀ? ਅਸੀਂ ਬਾਹਰ ਭੰਡਾਰ ਸਜਾ ਕੇ ਖਲੋਤੇ ਹਾਂ, ਤੈਨੂੰ ਕੌਣ ਐਸਾ ਮਿਲ ਗਿਆ ਜਿਹੜਾ ਸਾਡੇ ਤੋਂ ਪਹਿਲਾਂ ਹੀ ਦੇ ਗਿਆ? ਉਹ ਕਹਿੰਦੀ ਅੱਜ ਲੋਕਾਂ ਦੇ ਘਰਾਂ ਵਿੱਚ ਮੈਂ ਬਹੁਤ ਗਈ, ਬੜੇ ਨਿਆਣੇ ਬੱਚੇ ਬੱਚੀਆਂ ਦੇ ਜਨਮ ਮੇਰੇ ਹੱਥਾਂ ਵਿੱਚੋਂ ਹੋਏ, ਪਰ ਕਹਿੰਦੇ ਜਿਸ ਬਾਲਕ ਦਾ ਅੱਜ ਜਨਮ ਹੋਇਆ ਨਾ, ਬਸ ਉਹਦੇ ਜਿਹੜੇ ਦਰਸ਼ਨ ਕੀਤੇ ਨੇ, ਉਹਦੇ ਦਰਸ਼ਨ ਹੀ ਦੌਲਤ ਹੈ। ਜਿਹੜੀ ਦੌਲਤ ਮੈਨੂੰ ਲੋਕਾਂ ਨੇ ਦਿੱਤੀ ਮੇਰੇ ਤਨ ਨੂੰ ਰਜਾਉਣ ਲਈ, ਉਹ ਦੌਲਤਾਂ ਲੋਕਾਂ ਨੇ ਰੋਂਦਿਆਂ ਹੋਇਆਂ ਦਿੱਤੀ। ਪਰ ਜਿਹੜੀ ਦੌਲਤ ਅੱਜ ਮੈਨੂੰ ਮਿਲੀ ਆ ਆਤਮਿਕ ਤੌਰ ਤੇ ਮੈਂ ਰੱਜ ਚੁੱਕੀ ਆ, ਮੈਨੂੰ ਅੱਜ ਤੋਂ ਬਾਅਦ ਕਿਸੇ ਦੁਨਿਆਵੀ ਦੌਲਤ ਦੀ ਲੋੜ ਨਹੀਂ। ਉਹ ਕਹਿੰਦੀ ਅੱਜ ਮੈਨੂੰ ਪਤਾ ਚੱਲ ਗਿਆ ਕਿ ਮੇਰੇ ਮਾਂ ਪਿਓ ਨੇ ਮੇਰਾ ਨਾਮ ਵਾਕਈ ਜਿਹੜਾ ਦੌਲਤਾਂ ਰੱਖਿਆ ਸੀ, ਇਹ ਵਾਕਈ ਬੜੀ ਦੂਰ ਅੰਦੇਸ਼ੀ ਨਾਲ ਰੱਖਿਆ ਸੀ। ਅੱਜ ਮੇਰਾ ਉਹ ਨਾਮ ਸਫਲ ਹੋ ਗਿਆ ਹੈ। ਕਹਿੰਦੇ ਕਿਹੜੀ ਦੌਲਤ? ਕਹਿੰਦੇ ਕਿਉਂਕਿ 2 ਮੁਸਲਮਾਨ ਨੇ, ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਲੇ। ਇੱਕ ਤੇ ਇੰਜ ਕਹ ਲਓ ਦੌਲਤਾਂ ਦਾਈ ਪਹਿਲੀ ਮੁਸਲਮਾਨ ਨੇ ਜਿਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ। ਤੇ ਇੱਕ ਹੈ ਰਾਏ ਬੁਲਾਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜਾ ਪਿਆਰ ਕਰਦਾ ਸੀ। ਗੱਲ ਇੱਥੇ ਹਿੰਦੂ ਤੇ ਮੁਸਲਮਾਨ ਦੀ ਨਹੀਂ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਦੇ ਆ, ਸੁਣਦੇ ਆ, ਫਿਰ ਪਤਾ ਚੱਲਦਾ ਗੁਰੂ ਬਾਬਾ ਜੀ ਦੇ ਉਹਨਾਂ ਬੋਲਾਂ ਨੂੰ। ਕਹਿੰਦੇ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ।
ਗੱਲ ਹਿੰਦੂ ਤੇ ਮੁਸਲਮਾਨ ਦੀ ਨਹੀਂ। ਤੇ ਬਾਬਾ ਤਾਂ ਅੱਜ ਵੀ ਕਹਿੰਦਾ, ਸਿੱਖਾਂ ਨੂੰ ਵੀ ਕਹਿੰਦਾ ਏ ਕਿ ਸਿੱਖੋ, ਜੇ ਤੁਸੀਂ ਵੀ ਸ਼ੁਭ ਅਮਲ ਸ਼ੁਭ ਕਰਮ ਨਹੀਂ ਨਾ ਕੀਤੇ, ਰੋਣਾ ਤੁਹਾਨੂੰ ਵੀ ਪਏਗਾ। ਖੈਰ ਬੇਨਤੀ ਜਿਹੜੀ ਕਰ ਲੱਗਾ, ਜਦੋਂ ਇਕੱਠੇ ਹੋ ਕੇ ਕਾਜ਼ੀਆਂ ਨੇ ਹਾਜੀਆਂ ਨੇ ਇਹ ਗੱਲ ਆਖੀ ਸੀ ਕਿ ਤੁਸੀਂ ਦੱਸਣਾ ਕਰੋ ਕਿ ਹਿੰਦੂ ਵੱਡਾ ਕਿ ਮੁਸਲਮਾਨ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮੈਂ ਹਮੇਸ਼ਾ ਅਰਜ਼ ਕਰਦਾ, ਗੁਰੂ ਨਾਨਕ ਕੋਈ ਸਰੀਰ ਕਰਕੇ ਵੱਡਾ ਨਹੀਂ, ਜੋ ਵਿਖਾਇਆ ਜਾਂਦਾ ਗੁਰੂ ਨਾਨਕ ਇਦਾਂ ਦਾ ਨਹੀਂ। ਜੇ ਗੁਰੂ ਨਾਨਕ ਪਾਤਸ਼ਾਹ ਵੱਡੇ ਨੇ, ਉਹ ਆਪਣੇ ਆਤਮਿਕ ਤੌਰ ਤੇ ਜਿਹਦੀ ਸੋਚ ਵੱਡੀ ਹੈ, ਜਿਹਦੀ ਸੋਚ ਛੋਟੀ ਹੈ, ਉਹ ਆਖੇਗਾ ਹਿੰਦੂ ਵੱਡੇ ਨੇ ਮੁਸਲਮਾਨ ਛੋਟੇ ਨੇ, ਮੁਸਲਮਾਨ ਛੋਟੇ ਨੇ ਹਿੰਦੂ ਵੱਡੇ ਨੇ। ਜਿਹਦੀ ਸੋਚ ਬਰਾਬਰ ਹੈ, ਉਹ ਗੁਰੂ ਨਾਨਕ ਕਹਿੰਦਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਕਹਿੰਦੇ ਬੰਦਿਆ ਤੂੰ ਅਮਲ ਸ਼ੁਭ ਨਹੀਂ ਨਾ ਕੀਤੇ, ਜੇ ਤੇਰੀ ਬਿਰਤੀ ਵਿੱਚ ਤੇਰੇ ਵਿਚਾਰਾਂ ਦੇ ਵਿੱਚ ਕਹਿੰਦੇ ਦਇਆ ਨਹੀਂ, ਧਰਮ ਨਹੀਂ, ਕੋਈ ਇਨਸਾਨੀਅਤ ਨਹੀਂ, ਤੂੰ ਬਾਹਰਲੀ ਤੌਰ ਤੇ ਜਿੰਨਾ ਮਰਜ਼ੀ ਅਡੰਬਰ ਰਚ ਲਈ, ਜਿੰਨੇ ਮਰਜ਼ੀ ਤੂੰ ਮਹਿਲ ਮੁਨਾਰੇ ਬਣਾ ਲਈ। ਮਲਕ ਭਾਗੋ ਦੀ ਸਾਖੀ ਮੈਂ ਕੋਸ਼ਿਸ਼ ਕਰਾਂਗਾ ਸਮੇਂ ਵਿੱਚ ਦਾਇਰੇ ਵਿੱਚ ਰਹਿੰਦਿਆਂ ਬੇਨਤੀ ਕਰਾਂਗਾ ਕਿ ਇੱਥੇ ਗੱਲ ਮਹੱਲਾਂ ਦੀ ਨਹੀਂ, ਪਰ ਗੁਰੂ ਬਾਬਾ ਜੀ ਨੇ ਕਹਿ ਦਿੱਤਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਭਾਵੇਂ ਹਿੰਦੂ ਤੇ ਭਾਵੇਂ ਮੁਸਲਮਾਨ। ਕਹਿੰਦੇ ਜੇ ਅਮਲ ਸ਼ੁਭ ਨਹੀਂ ਨਾ ਕੀਤੇ, ਫਿਰ ਕਹਿੰਦੇ ਰੋਣਾ ਦੋਨਾਂ ਨੂੰ ਹੀ ਪਏਗਾ। ਬਾਹਰਲੀ ਤੌਰ ਤੇ ਕੁਛ ਮਰਜ਼ੀ ਕਰ ਲੈਣ। ਖੈਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਐਵੇਂ ਨਹੀਂ ਆਖਿਆ ਬਾਣੀ ਵਿੱਚ, ਸਤਿਗੁਰ ਨਾਨਕ ਪ੍ਰਗਟਿਆ। ਕਿਹੜਾ ਭਾਈ ਗੁਰਦਾਸ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਹਨ। ਅੱਜ ਉਹ ਲੋਕ ਜਿਹੜੇ ਪੰਜਾਬ ਦਾ, ਪੰਜਾਬੀਅਤ ਦਾ, ਸਾਰੀ ਜ਼ਿੰਦਗੀ ਪੰਜਾਬੀ ਬੋਲੀ ਨੂੰ ਗਾ ਗਾ ਕੇ ਸੁਣਾ ਕੇ ਜਿਨ੍ਹਾਂ ਲੋਕਾਂ ਨੇ ਪਤਾ ਨਹੀਂ ਕੀ ਕੁਝ ਬਣਾ ਲਿਆ, ਅੱਜ ਉਹ ਲੋਕ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ, ਮੂੰਹ 'ਚ ਘੁੰਗਣੀਆਂ ਪਾ ਕੇ ਬੋਲਦੇ ਤੱਕ ਨਹੀਂ। ਇਹਨਾਂ ਲੋਕਾਂ ਨੇ ਜਿਹੜੇ ਪੁਰਾਣੇ ਗਾਇਕ ਸਨ, ਮੈਂ ਵਿਸ਼ੇ ਤੋਂ ਥੋੜਾ ਜਿਹਾ ਹਟ ਗਿਆ ਕਿਉਂਕਿ ਭਾਈ ਗੁਰਦਾਸ ਸਾਹਿਬ ਦਾ ਜ਼ਿਕਰ ਆਇਆ। ਇਹ ਭਾਈ ਗੁਰਦਾਸ ਕੌਣ ਨੇ? ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪਹਿਲੇ ਲਿਖਾਰੀ। ਅਜੇ ਸਰੂਪ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਉਹ ਸਤਿਗੁਰੂ ਜੀ, ਉਹਨਾਂ ਦੀ ਵਡਿਆਈ। ਪਰ ਉਹ ਲੋਕ ਜਿਹੜੇ ਸਾਰੀ ਜ਼ਿੰਦਗੀ ਪੰਜਾਬ ਦਾ, ਪੰਜਾਬੀਅਤ ਦਾ ਖਾਂਦੇ ਰਹੇ, ਗਾਉਂਦੇ ਰਹੇ। ਅੱਜ ਵੇਖੋ ਪੰਜਾਬ ਦੀ ਧਰਤੀ ਤੇ ਕਿਸਾਨ ਦਿੱਲੀ ਜਾ ਪਹੁੰਚੇ ਨੇ। ਨੌਜਵਾਨ ਜਿਹੜੇ ਗਾਇਕ ਨੇ ਨਾ, ਨੌਜਵਾਨ ਜਿਹੜੇ ਅਜੋਕੇ, ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਸੀ। ਇਹ ਕਈ ਦਫਾ ਹੁੰਦਾ ਹੈ ਵੀ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਨਾ ਹੁੰਦੀ, ਉਹਨਾਂ ਤੋਂ ਹੀ ਉਮੀਦ ਦੀ ਝਲਕ ਨਜ਼ਰ ਆਉਂਦੀ ਹੈ। ਤੇ ਜਿਨ੍ਹਾਂ ਤੇ ਆਪਾਂ ਉਮੀਦ ਲਾ ਕੇ ਬੈਠੇ ਸਾਂ, ਉਹ ਲੋਕ ਚੁੱਪ ਹੋ ਕੇ ਬੈਠੇ ਨੇ, ਇੱਕ ਲਫ਼ਜ਼ ਵੀ ਬੋਲਣ ਨੂੰ ਤਿਆਰ ਨਹੀਂ। ਇਹਨਾਂ ਲੋਕਾਂ ਨੇ ਬੀੜੀ ਪੀਣਿਆਂ ਨੂੰ, ਭੰਗਾ ਪੀਣ ਵਾਲੇ ਜਿਹੜੇ ਇੰਜ ਕਹ ਲੋ ਪਖੰਡੀ ਸਾਧ ਸਨ, ਚਿਲਮਾ ਪੀਣ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਜਵਾਨਾਂ ਨੂੰ ਲਾ ਦਿੱਤਾ, ਉਹਨਾਂ ਦੀ ਵਡਿਆਈ ਤਾਂ ਇਹਨਾਂ ਨੇ ਗਾਇਕਾਂ ਨੇ ਕੀਤੀ। ਪਰ ਇਹਨਾਂ ਗਾਇਕਾਂ ਨੇ ਜਿਹੜੇ ਪੁਰਾਣਿਆਂ ਦੀ ਮੈਂ ਗੱਲ ਕਰ ਰਿਹਾ, ਕਈ ਤਾਂ ਬੂਝੜ ਪਾਰਲੀਮੈਂਟ ਵਿੱਚ ਹੀ ਬਿਠਾਤੇ ਜਾ ਕੇ ਅਸੀਂ, ਜਿਹਨਾਂ ਨੂੰ ਪਤਾ ਹੀ ਨਹੀਂ, ਸੁੱਤੇ ਹੀ ਰਹਿੰਦੇ ਮਾਂ ਦੇ ਪੁੱਤ। ਉੱਥੇ ਜਾ ਕੇ ਵੀ ਜਿਹੜੇ ਸੁੱਤੇ ਹੀ ਪਏ ਨੇ, ਉਹ ਕਹਿੰਦੇ ਪੰਜਾਬ ਦਾ ਕੀ ਸਵਾਰਨਗੇ। ਪਰ ਜਿਹੜੇ ਅਜੋਕੇ ਨੌਜਵਾਨ, ਮੈਂ ਵਾਰ-ਵਾਰ ਕੁਰਬਾਨ ਜਾਨਾ, ਜਿਹੜੇ ਵਿਚਾਰੇ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਕਿਸਾਨਾਂ ਦੇ ਨਾਲ ਖਲੋਤੇ ਨੇ। ਚਲੋ ਹੁਣ ਵਿਸ਼ੇ ਵੱਲ ਆ ਜਾਓ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕੌਣ ਨੇ? ਜਿਨ੍ਹਾਂ ਨੇ ਬਾਣੀ ਲਿਖੀ ਹੈ। ਉਹ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ, ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਵੇਖੋ, ਇੱਕ ਹੁੰਦਾ ਹੈ ਜਨਮ, ਇੱਕ ਹੁੰਦਾ ਹੈ ਪ੍ਰਗਟ ਹੋਣਾ। ਜਿਹੜੀ ਚੀਜ਼ ਦਾ ਜਨਮ ਹੋਇਆ ਨਾ, ਉਹ ਚੀਜ਼ ਨੇ ਖਤਮ ਹੋ ਜਾਣਾ ਹੈ, ਤੇ ਜਿਹੜੀ ਚੀਜ਼ ਪ੍ਰਗਟ ਹੋਈ ਹੈ, ਉਹ ਚੀਜ਼ ਕਦੇ ਵੀ ਖਤਮ ਨਹੀਂ ਹੋਇਆ ਕਰਦੀ। ਇੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ। ਤੇ ਫਿਰ 10ਵੇਂ ਜਾਮੇ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ 10ਵਾਂ ਜਾਮਾ ਧਾਰਨ ਕੀਤਾ, ਤਾਂ ਫਿਰ ਜਿਹੜੇ ਦੂਜੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਹਨ, ਉਹਨਾਂ ਨੇ ਵੀ ਸੇਮ ਹੀ ਗੱਲ ਕਹੀ। ਪਹਿਲੇ ਭਾਈ ਗੁਰਦਾਸ ਜੀ ਨੇ ਪਹਿਲੇ ਪਾਤਸ਼ਾਹ ਦੇ ਬਾਬਤ ਆਖਿਆ ਸਤਿਗੁਰੂ ਨਾਨਕ ਪ੍ਰਗਟਿਆ, ਤੇ 10ਵੇਂ ਗੁਰਦੇਵ ਦੇ ਬਾਬਤ ਆਖਿਆ ਵਹਿ ਪ੍ਰਗਟਿਓ ਮਰਦ ਅਗੰਮੜਾ। ਵਰਿਆਮ ਅਕੇਲਾ, ਵਰਿਆਮ ਦੇ ਅਰਥ ਹੁੰਦੇ ਨੇ ਜੋਧਾ ਸੂਰਮਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਮੈਂ ਉਸ ਗੁਰੂ ਤੋਂ ਕੁਰਬਾਨ
ਸਦਕੇ ਬਲਿਹਾਰ ਜਾਨਾ, ਜਿਹੜਾ ਉਹ ਗੁਰੂ ਆਪੇ ਚੇਲਾ ਵੀ ਹੈ ਤੇ ਆਪੇ ਉਹ ਗੁਰੂ ਵੀ ਹੈ। ਇੱਥੇ ਚੇਲੇ ਗੁਰੂ ਬਣਨ ਵਾਸਤੇ ਬੜੇ ਝਗੜੇ ਹੋ ਜਾਂਦੇ ਨੇ ਵੀ ਅਸੀਂ ਗੁਰੂ ਬਣ ਜਾਈਏ, ਪਰ ਸਤਿਗੁਰੂ ਜੀ ਕਿੰਨੇ ਮਹਾਨ ਨੇ। ਖੈਰ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਮਿੱਟੀ ਮਿਟ ਗਈ, ਮਿੱਟੀ ਨਹੀਂ ਮਿਟੀ, ਪੋਲਾ ਪਾਠ ਕਰਨਾ ਹੈ। ਮਿਟੀ ਧੁੰਦ ਜਗ ਚਾਨਣ ਹੋਵਾ। ਧੁੰਦ ਕਿਹੜੀ ਸੀ? ਜਿਹੜੇ ਲੋਕ ਜ਼ੁਲਮ ਤੇ ਅਤਿਆਚਾਰ ਕਰ ਰਹੇ ਸਨ, ਜਿਨ੍ਹਾਂ ਨੇ ਜ਼ੁਲਮ ਦੀ ਧੁੰਦ, ਜਿਨ੍ਹਾਂ ਨੇ ਜ਼ੁਲਮ ਦੀ ਹਨੇਰੀ ਲਿਆ ਦਿੱਤੀ ਸੀ। ਗੁਰੂ ਬਾਬਾ ਜੀ ਦੇ ਪ੍ਰਗਟ ਪ੍ਰਕਾਸ਼ ਹੋਣ ਸਮੇਂ ਫਿਰ ਕੀ ਹੋਇਆ? ਕਹਿੰਦੇ ਮਿਟੀ ਧੁੰਦ ਜਗ ਚਾਨਣ ਹੋਵਾ। ਦੁਨੀਆ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਅਗਿਆਨਤਾ ਦਾ ਜਿਹੜਾ ਹਨੇਰਾ ਸੀ, ਗੁਰੂ ਬਾਬਾ ਜੀ ਦੀ ਬਾਣੀ ਕਰਕੇ ਉਹਨਾਂ ਦੇ ਅੰਦਰੋਂ ਅਗਿਆਨਤਾ ਖਤਮ ਹੋ ਗਈ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ। ਜਦੋਂ ਸੂਰਜ ਨਿਕਲਦਾ ਹੈ, ਵੇਖੋ ਸੂਰਜ ਨਿਕਲਿਆ, ਤਾਰੇ ਇਹ ਨਹੀਂ ਵੀ ਤਾਰੇ ਬੁਝ ਗਏ ਨੇ ਜਾਂ ਤਾਰੇ ਬੰਦ ਹੋ ਗਏ ਵੀ ਬਟਨ ਦੱਬਤਾ ਹੁਣ ਰਾਤ ਨੂੰ ਨਿਕਲਣਗੇ, ਨਹੀਂ। ਸੂਰਜ ਦਾ ਪ੍ਰਕਾਸ਼ ਹੀ ਇੰਨਾ ਜ਼ਿਆਦਾ ਹੈ ਕਿ ਤਾਰਿਆਂ ਦੀ ਕੋਈ ਹਿੰਮਤ ਹੀ ਨਹੀਂ ਪੈਂਦੀ ਕਿ ਉਹ ਆਪਣੀ ਹੋਂਦ ਪ੍ਰਗਟ ਕਰ ਸਕਣ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੀ ਇੰਨਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆਨ ਹੀ ਇੰਨਾ ਹੈ, ਤੇ ਜਿਹੜੇ ਤਾਰਿਆਂ ਦੀ ਨਿਆਈ ਲੋਕ ਸਨ ਨਾ, ਉਹ ਗੁਰੂ ਬਾਬਾ ਜੀ ਦੇ ਗਿਆਨ ਦੇ ਅੱਗੇ ਕੁਝ ਕਰ ਨਾ ਸਕੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਵਾ। ਜਿਵੇਂ ਸੂਰਜ ਦੇ ਚੜ੍ਹਨ ਕਰਕੇ ਧੁੰਦ ਹਨੇਰਾ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਵਿਕਾਰਾਂ ਵਾਲੀ, ਜ਼ੁਲਮ ਵਾਲੀ, ਅਗਿਆਨਤਾ ਵਾਲੀ ਜਿਹੜੀ ਹਨੇਰੀ ਸੀ ਨਾ, ਉਹ ਬਿਲਕੁਲ ਪਲੋਵਾ ਖਤਮ ਹੋ ਕੇ ਨਸ ਗਈ। ਲੋਕਾਂ ਦੇ ਅੰਦਰੋਂ ਜਿਹੜੀ ਬੇਗੈਰਤ, ਲੋਕਾਂ ਦੇ ਅੰਦਰੋਂ ਜਿਹੜੀ ਇਨਸਾਨੀਅਤ ਮਰ ਚੁੱਕੀ ਸੀ, ਖਤਮ ਹੋ ਚੁੱਕੀ ਸੀ, ਗੁਰੂ ਬਾਬਾ ਜੀ ਦੇ ਉਪਦੇਸ਼ ਦੇ ਨਾਲ ਦੁਬਾਰਾ ਉਹ ਪ੍ਰਗਟ ਹੋ ਗਈ। ਜਿਸ ਸਮੇਂ ਦੌਲਤਾ ਦਾਈ ਨੂੰ ਪੁੱਛਦਾ ਹੈ ਮਹਿਤਾ ਕਾਲੂ, ਤਾਂ ਉਹ ਕਹਿੰਦੀ ਅੱਜ ਮੈਨੂੰ ਦੌਲਤ ਮਿਲ ਗਈ ਹੈ। ਉਹ ਦੌਲਤ ਮਿਲਿਆ, ਦੁਬਾਰਾ ਕਿਸੇ ਦੌਲਤ ਦੀ ਜ਼ਰੂਰਤ ਹੀ ਨਹੀਂ ਪੈਂਦੀ, ਕਿਉਂਕਿ ਸਾਡੇ ਕੋਲ ਪੰਜਾਬ ਦੀ ਧਰਤੀ ਤੇ ਜਿੱਥੇ ਬਹੁਤਾ ਸਮਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਹੇ, ਉਹ ਹੈ ਸੁਲਤਾਨਪੁਰ ਲੋਧੀ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਨਾ, ਉਦੋਂ ਇਸ ਦੁਨੀਆ ਦੇ ਵਿੱਚ, ਇਸ ਹਿੰਦੁਸਤਾਨ ਤੇ ਰਾਜ ਸੀ ਸਿਕੰਦਰ ਲੋਧੀ ਵਰਗਿਆਂ ਦਾ। ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਬੜਾ ਲੰਮਾ ਸਮਾਂ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਹੀ 13 ਤੋਲਿਆ, ਇੱਥੇ ਹੀ ਸਤਿਗੁਰਾਂ ਨੇ ਕਿਰਪਾ ਕੀਤੀ। ਇੱਥੇ ਹੀ ਜਿਹੜੇ ਭਾਈ ਜੈ ਰਾਮ ਜੀ ਹਨ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਕਿਉਂਕਿ ਬੇਬੇ ਨਾਨਕੀ ਜੀ ਦੀ ਸ਼ਾਦੀ ਭਾਈਆ ਜੈ ਰਾਮ ਜੀ ਦੇ ਨਾਲ ਹੋਈ ਸੀ। ਰਿਸ਼ਤਾ ਬੜਾ ਨਿਕਟਵਰਤੀ ਹੈ। ਖੈਰ ਮੈਂ ਬੇਨਤੀ ਕਰਾਂ, ਕਹਿੰਦੇ ਜਿਸ ਸਮੇਂ ਤਲਵੰਡੀਓਂ ਚੱਲ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਰਾਏ ਬੁਲਾਰ ਦੇ ਕੋਲ, ਗੁਰੂ ਨਾਨਕ ਪਾਤਸ਼ਾਹ, ਕਿਉਂਕਿ ਪਿਤਾ ਜੀ ਜਿਹੜੇ ਹਨ ਉਹ ਰਾਏ ਬੁਲਾਰ ਦੀ ਨੌਕਰੀ ਕਰਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ 10 ਪਿੰਡਾਂ ਦੇ ਪਟਵਾਰੀ ਸਨ ਮਹਿਤਾ ਕਲਿਆਣ ਦਾਸ ਜੀ। 10 ਪਿੰਡਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਸੀ। ਉਸ ਸਮੇਂ ਪਟਵਾਰੀ ਤਾਂ ਅੱਜ ਦਾ ਨਹੀਂ ਮਾਣ, ਅੱਜ ਦਾ ਨਹੀਂ ਮਾਣ। ਇੱਕ ਪਿੰਡ ਦਾ ਵੀ ਪਟਵਾਰੀ ਹੋਵੇ ਨਾ, ਤੇ ਉਹ ਕੋਈ 1000-1200 ਚ ਕਿਸੇ ਦਾ ਕੋਈ ਕੰਮ ਨਹੀਂ ਕਰਦਾ। ਨਾਲੇ ਸਰਕਾਰ ਵੱਲੋਂ 40-40 ਹਜ਼ਾਰ ਤਨਖਾਹ ਮਿਲਦੀ ਹੁੰਦੀ ਹੈ, ਉਹਦੇ ਨਾਲ ਨਹੀਂ, ਫਿਰ ਵੀ ਲੁੱਟਣ ਤੇ ਲੱਕ ਬੰਨਿਆ ਹੁੰਦਾ ਹੈ। ਖੈਰ ਬੇਨਤੀ ਕਰਾਂ, ਪਰ ਪਟਵਾਰੀ ਮਹਿਤਾ ਕਾਲੂ ਜੀ ਇਧਰੋਂ ਕਹਿੰਦੇ ਘਰ ਦੇ ਵਿੱਚ ਮੱਝਾਂ ਗਾਵਾਂ ਮਾਲ ਡੰਗਰ ਵੀ ਰੱਖਿਆ। ਇਤਿਹਾਸਕਾਰ ਲਿਖਦੇ ਨੇ ਕਾਮੇ ਵੀ ਘਰ ਵਿੱਚ ਨੇ। ਕੋਈ ਆਪਾਂ ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਤੇ ਉਹਨਾਂ ਦੇ ਕਾਰੋਬਾਰ ਨੂੰ ਭਾਵੇਂ ਛੋਟਾ ਜਿਹਾ ਕਰਕੇ ਪੇਸ਼ ਕਰਦੇ ਆ, ਉਸ ਸਮੇਂ ਦੇ ਪਟਵਾਰੀ ਉਹ ਵੀ 10 ਪਿੰਡਾਂ ਦੇ ਘਰ ਦੇ ਵਿੱਚ ਮਾਲ ਡੰਗਰ ਬਹੁਤ ਹੈ, ਕਾਮੇ ਰੱਖੇ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਦਿਨ ਕੀ ਹੋਇਆ, ਜਿਹੜੇ ਕਾਮੇ ਨੇ ਉਹ ਵਾਂਢੇ ਚਲੇ ਗਏ, ਕੋਈ ਉਹਨਾਂ ਨੂੰ ਕੰਮ ਹੋ ਗਿਆ, ਤਾਂ ਉਸ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਅੱਜ ਮੱਝਾਂ ਮੈਂ ਹੀ ਚਰਾ ਲਿਆਉਣਾ। ਨਾਲ ਜਾ ਕੇ ਨਾਲਦਿਆਂ ਦੇ ਪਿੰਡ ਦੇ ਹਾਣੀਆਂ ਦੇ ਨਾਲ ਚਲੇ ਗਏ। ਗਰਮੀ ਦੇ ਦਿਨ ਨੇ ਤੇ ਤੁਸੀਂ ਵੇਖੋ ਜਿਹੜਾ ਸਰੀਰ ਹੈ ਸੁਭਾਵਕ ਹੈ, ਇਹ ਸਰਦੀ ਤੇ ਗਰਮੀ ਨੂੰ ਮਹਿਸੂਸ ਕਰਦਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੱਝਾਂ ਉਹਨਾਂ ਛੱਡ ਦਿੱਤੀਆਂ ਤੇ ਇੱਕ ਰੁੱਖ ਦੇ ਥੱਲੇ ਬਹਿ ਜਾਂਦੇ ਨੇ। ਇਹ ਕੋਈ ਗੱਲਾਂ ਸੁਣੀਆਂ ਸੁਣਾਈਆਂ ਨਹੀਂ। ਅੱਜ ਵੀ ਗੁਰੂ ਬਾਬਾ ਜੀ ਦੀ ਯਾਦ ਵਿੱਚ ਇਹ ਅਸਥਾਨ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੈ। ਅੱਜ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਕਹਿੰਦੇ ਉੱਥੇ ਬੈਠੇ ਨੇ। ਅਖੀਰ ਕੁਝ ਸਮਾਂ ਬੈਠੇ ਤੇ ਅਚਾਨਕ ਹੀ ਨੀਂਦ ਦਾ ਝੋਕਾ ਲੱਗਦਾ, ਠੰਡੀ ਸੀਤਲ ਲਹਿਰ ਹਵਾ ਚੱਲਦੀ ਹੈ। ਕੁਝ ਸਮੇਂ ਲਈ ਸਰੀਰ ਕਹਿੰਦੇ ਇੰਜ ਕਹ ਲੋ ਆਰਾਮ ਕਰਨ ਲੱਗ ਪਏ। ਇੰਨੇ ਚਿਰ ਨੂੰ ਕਹਿੰਦੇ ਜੋ ਮਾਲ ਡੰਗਰ ਪਸ਼ੂ ਨੇ ਉਹ ਨਾਲ ਦੇ ਕਹਿੰਦੇ ਜ਼ਿਮੀਂਦਾਰ ਦੇ ਖੇਤ ਵਿੱਚ ਚਲੇ ਗਏ ਨੇ। ਇਹ ਤੇ ਸਾਡੇ ਆਮ ਹੀ ਕਹਾਵਤ ਹੈ ਨਾ ਜ਼ਿਮੀਂਦਾਰਾਂ ਦੀ। ਇੱਥੇ ਮੈਂ ਕਿਸੇ ਜਾਤ ਨੂੰ ਨਹੀਂ ਬੜਾਵਾ ਦੇ ਰਿਹਾ। ਕਹਿੰਦੇ ਜੱਟ ਗੁੜ ਦੀ ਭੇਲੀ ਦੇ ਦਿੰਦਾ, ਗੰਨਾ ਨਹੀਂ ਕਦੇ ਦਿੰਦਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਹ ਕਹਿੰਦਾ ਗੰਨਾ ਨਹੀਂ ਪੁੱਟਣ ਦੇਣਾ, ਭੇਲੀ ਗੁੜ ਦੀ ਭਾਵੇਂ ਲੈ ਜਾ। ਹੁਣ ਇਹੀ ਗੱਲ ਕਹਿੰਦੇ ਜਦੋਂ ਪਸ਼ੂ ਚਲੇ ਗਏ ਖੇਤ ਵਿੱਚ ਤਾਂ ਉਹ ਜਿਹੜਾ ਜ਼ਿਮੀਂਦਾਰ ਆਇਆ ਉਹਨੇ ਵੇਖਿਆ ਵੀ ਪਸ਼ੂਆਂ ਨੇ ਤਾਂ ਸਾਰੇ ਉਜਾੜਾ ਹੀ ਉਜਾੜਾ ਕਰ ਦਿੱਤਾ ਹੈ। ਇਹ ਤਲਵੰਡੀ ਦਾ ਇਤਿਹਾਸ ਹੈ, ਸੁਲਤਾਨਪੁਰ ਬਾਅਦ ਵਿੱਚ ਆਉਣਾ ਹੈ। ਸਾਰੇ ਉਜਾੜਾ ਦੇਖਿਆ, ਪਰ ਉਹਨੇ ਵੇਖਿਆ ਵੀ ਇਹ ਤਾਂ ਪੁੱਤਰ ਮਹਿਤਾ ਕਲਿਆਣ ਦਾਸ ਦਾ ਹੈ ਤੇ ਰਾਏ ਬੁਲਾਰ ਜਿਹੜਾ ਉਸ ਸਮੇਂ ਦਾ ਹਾਕਮ ਨਵਾਬ ਹੈ ਉਹ ਪੁੱਤਰ ਨਾਨਕ ਨੂੰ ਬੜਾ ਪਿਆਰ ਕਰਦਾ ਹੈ। ਪਰ ਹੁਣ ਵੱਡੇ ਬੰਦੇ ਨੂੰ ਕਵੇ ਕਿੱਦਾਂ? ਉਹਦੇ ਮਨ ਵਿੱਚ ਇੱਕ ਭੈ ਹੈ, ਮੈਂ ਕਿੱਦਾਂ ਰੋਕਾਂ ਇਹਨਾਂ ਨੂੰ ਵੀ ਤੁਸੀਂ ਆਹ ਕੀ ਕੀਤਾ, ਕਿੱਦਾਂ ਗਾਲਾਂ ਕੱਢ ਸਕਦਾ? ਕਿਉਂਕਿ ਇਹ ਆਪਾਂ ਨੂੰ ਪਤਾ ਹੈ ਵੀ ਹਮੇਸ਼ਾ ਬੰਦਾ ਉਹਦੇ ਉੱਪਰ ਰੋਬ ਪਾ ਸਕਦਾ ਹੈ ਜਿਹੜਾ ਉਹਦੇ ਤੋਂ ਛੋਟਾ ਹੋਵੇ। ਜਿਹੜਾ ਉਹਦੇ ਤੋਂ ਵੱਡਾ ਹੋਵੇ ਉਹਦੇ ਅੱਗੇ ਬੋਲਣਾ ਮੁਸ਼ਕਲ ਹੁੰਦਾ, ਭਾਵੇਂ ਮੈਂ ਹੋਵਾਂ ਭਾਵੇਂ ਤੁਸੀਂ ਹੋਵੋ। ਹੁਣ ਉਹਨੇ ਜਦੋਂ ਦੇਖਿਆ, ਪਰ ਗੁਰੂ ਨਾਨਕ ਦੀ ਨਜ਼ਰ ਵਿੱਚ ਸਾਰੇ ਇੱਕੋ ਹੀ ਨੇ, ਬਰਾਬਰ ਨੇ। ਪਰ ਉਹਦੀ ਸੋਚ ਕਿ ਇਹ ਰਾਏ ਬੁਲਾਰ ਵੀ ਇਹਨਾਂ ਨੂੰ ਬੜਾ ਪਿਆਰ ਕਰਦਾ। ਪਿਤਾ ਜੀ ਇਹਨਾਂ ਦੇ 10 ਪਿੰਡਾਂ ਦੇ ਪਟਵਾਰੀ ਨੇ ਤੇ ਗੁਰੂ ਨਾਨਕ ਦੀ ਵੀ ਮਹਿਮਾ ਬੜੀ ਹੈ, ਤਲਵੰਡੀ ਵਿੱਚ ਜੈ ਜੈਕਾਰ ਹੋ ਰਹੀ ਹੈ। ਪਰ ਉਹ ਬੋਲਿਆ ਨਹੀਂ, ਭਰਿਆ ਪੀਤਾ ਸਭ ਕੁਝ ਵੇਖ ਕੇ ਕਹਿੰਦੇ ਤੁਰ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਪਿੱਛੇ ਤੁਰ ਪਏ ਨੇ। ਪਰ ਗੁਰੂ ਬਾਬਾ ਜੀ ਨੇ ਉਸ ਸਮੇਂ ਜਾਂਦੇ ਜਾਂਦੇ ਖੇਤਾਂ ਦੇ ਵੱਲ ਆਪਣੀ ਦ੍ਰਿਸ਼ਟੀ ਮਾਰੀ। ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਅੱਜ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਆਮ ਹੀ ਸੀ, ਸਾਡੇ ਵਾਂਗੂ ਹੀ। ਅਸੀਂ ਆਮ ਹੀ ਗੁਰੂ ਨਾਨਕ ਸਾਹਿਬ ਨੂੰ ਬਣਾਉਂਦੇ ਆ। ਸਾਡਾ ਜਨਮ ਹੁੰਦਾ ਹੈ, ਗੁਰੂ ਨਾਨਕ ਸਾਹਿਬ ਦਾ ਜਨਮ ਨਹੀਂ ਹੋਇਆ। ਸਤਿਗੁਰੂ ਨਾਨਕ ਪ੍ਰਗਟਿਆ, ਗੁਰਬਾਣੀ ਗਵਾਹੀ ਦੇ ਰਹੀ ਹੈ, ਕੋਈ ਕਵੀ ਨਹੀਂ। ਕਹਿੰਦੇ ਉਸ ਸਮੇਂ ਗੁਰੂ ਬਾਬਾ ਜੀ ਨੇ ਖੇਤੀ ਫਸਲ ਵੱਲ ਆਪਣੀ ਦ੍ਰਿਸ਼ਟੀ ਮਾਰੀ, ਪਰ ਕਹਿੰਦੇ ਉਸ ਦ੍ਰਿਸ਼ਟੀ ਨੂੰ ਉਹ ਜ਼ਿਮੀਂਦਾਰ ਨਹੀਂ ਜਾਣ ਸਕਿਆ, ਕਿਉਂਕਿ ਉਹ ਗੁੱਸੇ ਵਿੱਚ ਸੀ, ਕ੍ਰੋਧ ਵਿੱਚ ਸੀ ਕਿ ਇਹ ਸਭ ਕੁਝ ਕੀ ਹੋ ਗਿਆ। ਉਹ ਤਾਂ ਨਾ ਸਮਝ ਸਕਿਆ, ਪਰ ਗੁਰੂ ਬਾਬਾ ਜੀ ਆਪਣੀ ਦ੍ਰਿਸ਼ਟੀ ਖੇਤਾਂ ਵੱਲ ਕਰ ਗਏ ਤੇ ਉਹਦੇ ਪਿੱਛੇ ਤੁਰ ਪਏ ਤੇ ਰਾਏ ਬੁਲਾਰ ਕੋਲ ਜਾ ਪਹੁੰਚਿਆ। ਜਾ ਕੇ ਦੱਸਿਆ ਸਤਿਗੁਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ, ਕਹਿੰਦੇ ਵੇਖੋ ਮਹਿਤਾ ਕਲਿਆਣ ਦਾਸ ਦੇ ਪੁੱਤਰ ਨੇ ਸਾਰੀਆਂ ਫਸਲਾਂ ਉਜਾੜ ਦਿੱਤੀਆਂ, ਉਹਨਾਂ ਦੇ ਮਾਲ ਡੰਗਰ ਨੇ। ਤੇ ਉਸੇ ਸਮੇਂ ਰਾਏ ਬੁਲਾਰ ਨੇ ਕੁਝ ਕੁ ਆਪਣੇ ਅਹਿਲਕਾਰ, ਕਿਉਂਕਿ ਰਾਏ ਬੁਲਾਰ ਕੋਈ ਆਮ ਬੰਦਾ ਨਹੀਂ ਸੀ, ਅੱਜ ਵਾਲਾ ਲੀਡਰ ਨਹੀਂ ਸੀ ਵੀ ਗੱਲ ਸੁਣੀ ਤੇ ਪਿੱਛੇ ਲੱਗ ਗਿਆ। ਕਹਿੰਦਾ ਨਹੀਂ, ਕਹਿਣ ਲੱਗਾ 2 ਜਾਣੇ ਜਾਓ, ਪਹਿਲਾਂ ਇਨਕੁਆਰੀ ਕਰੋ, ਕਿਉਂਕਿ ਦੋਸ਼ ਕਿਸੇ ਤੇ ਵੀ ਤੁਸੀਂ ਲਾ ਸਕਦੇ ਹੋ। ਦੋਸ਼ ਲਾਉਣਾ ਕੀ ਗੱਲ ਹੈ, ਪਰ ਦੋਸ਼ ਓਨਾ ਚਿਰ ਦੋਸ਼ ਨਹੀਂ ਹੁੰਦਾ ਜਿੰਨਾ ਚਿਰ ਸਾਬਤ ਨਾ ਹੋ ਜੇ। ਜੇ ਤੁਸੀਂ ਉਹਨੂੰ ਸਾਬਤ ਨਾ ਕਰ ਸਕੋ, ਕਿਸੇ ਤੇ ਦੋਸ਼ ਲਾਉਣੇ ਹੋ, ਤੁਸੀਂ ਦੋਸ਼ੀ ਜੇ, ਤੁਹਾਡੇ ਤੇ ਮਾਣਹਾਨੀ ਦਾ ਕੇਸ ਦਰਜ ਹੋ ਸਕਦਾ, ਤੁਹਾਨੂੰ ਸਭ ਨੂੰ ਪਤਾ ਹੈ। ਪਰ ਰਾਏ ਬੁਲਾਰ ਨੇ 2 ਅਹਿਲਕਾਰ ਭੇਜੇ ਜ਼ਿਮੀਂਦਾਰ ਦੇ ਨਾਲ। ਉਹ ਕਹਿੰਦਾ ਆਓ ਵਿਖਾਵਾਂ। ਗੁਰੂ ਬਾਬਾ ਜੀ ਕਹਿੰਦੇ ਨਹੀਂ, ਕਿਰਪਾ ਵਰਤੀ ਹੋਈ ਤੇ ਕੁਝ ਨਹੀਂ ਹੋਇਆ। ਉਹ ਕਹਿੰਦਾ ਚਲੋ ਵਿਖਾਵਾਂ ਤੁਹਾਨੂੰ। ਕਹਿੰਦੇ ਜਦੋਂ ਗਏ, ਨਜ਼ਰ ਮਾਰੀ ਅਹਿਲਕਾਰਾਂ ਨੇ, ਉਹ ਕਹਿੰਦੇ ਕਿਉਂ ਝੂਠ ਬੋਲਦਾ ਹੈ? ਤੇਰੀ ਫਸਲ ਤਾਂ ਸਾਡੀਆਂ ਫਸਲਾਂ ਦੇ ਨਾਲੋਂ ਵੀ ਜ਼ਿਆਦਾ ਲਹਿਰਾ ਰਹੀ ਹੈ। ਇਹ ਕਿਸੇ ਆਮ ਵਿਦਵਾਨ ਦਾ ਲਿਖਿਆ ਇਤਿਹਾਸ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਵਰਗਾ ਵਿਦਵਾਨ ਹੋਣਗੇ ਬਹੁਤ, ਪਰ ਜਿੰਨਾ ਉਹ ਮਹਾਨ ਵਿਦਵਾਨ ਬਰੀਕੀ ਵਿੱਚ ਜਾਣ ਵਾਲਾ, ਉਹਦਾ ਟੀਕਾ ਪੜ੍ਹ ਕੇ ਦੇਖੋ ਜਿਹੜੀ ਉਹਨੇ ਵਿਆਖਿਆ ਲਿਖੀ ਹੈ। ਜਿਸ ਮੁੱਖ ਵਾਕ ਦੀ ਕਥਾ ਹਰਿਮੰਦਰ ਸਾਹਿਬ ਲਿਖੀ ਜਾਂਦੀ ਹੈ ਨਾ, ਉਹ ਪ੍ਰੋਫੈਸਰ ਸਾਹਿਬ ਜੀ ਦੀ ਲਿਖਤ ਹੈ ਜਿਹੜੀ ਉਹ ਲਿਖੀ ਜਾਂਦੀ ਹੈ। ਉਹ ਲਿਖਦਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਕੀਤੀ, ਫਸਲਾਂ ਹਰੀਆਂ ਭਰੀਆਂ ਨੇ। ਜੇ ਅਜੋਕੇ ਸਮੇਂ ਵਿੱਚ ਮਦਾਰੀ ਬਾਜੀਗਰ ਥੋੜੇ ਬਹੁਤੇ ਚਮਤਕਾਰ ਵਿਖਾ ਸਕਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਇਹਨਾਂ ਨਾਲੋਂ ਵੀ ਗਏ ਗੁਜਰੇ? ਇਹਦਾ ਮਤਲਬ ਆਪਾਂ ਸਤਿਗੁਰਾਂ ਨੂੰ ਬਿਲਕੁਲ ਨੀਵਾਂ, ਇਹ ਕੋਈ ਚਮਤਕਾਰ ਨਾ ਕਹੀਏ, ਇਹ ਕਹੀਏ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ। ਕਿਉਂਕਿ ਉਹਨੂੰ ਸਮਝਾਉਣ ਦੇ ਲਈ ਸਤਿਗੁਰਾਂ ਨੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਉਸ ਕਿਸਾਨ ਨੂੰ ਕਿ ਕਿਸਾਨਾਂ ਤੂੰ ਵੀ ਰੱਬ ਦਾ ਭੇਜਿਆ, ਇਹ ਮਾਲ ਡੰਗਰ ਪਸ਼ੂ ਵੀ ਰੱਬ ਦੇ, ਖੇਤੀ ਵੀ ਰੱਬ ਦੀ, ਕਹਿੰਦੇ ਸਭ ਕੁਝ ਮਾਲਕ ਦਾ ਹੀ ਹੈ, ਉਸ ਵਾਹਿਗੁਰੂ ਦਾ ਹੀ ਹੈ। ਜਦੋਂ ਉਹਨੇ ਇਹ ਸਾਰਾ ਦ੍ਰਿਸ਼ ਵੇਖਿਆ ਤਾਂ ਇਸ ਸਾਰੇ ਅਲੌਕਿਕ ਨਜ਼ਾਰੇ ਦੀ
ਜਿਹੜੀ ਵਡਿਆਈ ਸੀ, ਗੱਲ ਸੀ, ਘਰ ਘਰ ਪਹੁੰਚ ਗਈ। ਸਾਰੇ ਕਹਿੰਦੇ ਮਹਿਤਾ ਕਲਿਆਣ ਦਾਸ ਦਾ ਪੁੱਤਰ ਨਹੀਂ, ਵੇਖਣ ਵਿੱਚ ਪੁੱਤਰ ਨਜ਼ਰ ਆਉਂਦਾ, ਉਹ ਤਾਂ ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਉਹ ਤੇ ਪ੍ਰਮਾਤਮਾ ਦਾ ਰੂਪ ਹੀ, ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਉਹ ਪ੍ਰਮਾਤਮਾ ਦਾ ਰੂਪ ਨੇ। ਸਾਰੇ ਤਲਵੰਡੀ ਵਿੱਚ ਜੈ ਜੈਕਾਰ ਹੋਣੀ ਸ਼ੁਰੂ ਹੋ ਗਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਕਿਉਂਕਿ ਜਿਹੜੀ ਭੈਣ ਨਾਨਕੀ ਹੈ ਨਾ, ਉਹ ਵੀ ਬੜਾ ਪਿਆਰ ਕਰਦੀ ਹੈ। ਭੈਣ ਨਾਨਕੀ ਦੀ ਸ਼ਾਦੀ ਹੋ ਗਈ ਤੇ ਇਧਰੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਪੰਜਾਬ ਦੀ ਧਰਤੀ ਤੇ ਹੀ ਹੈ, ਕਪੂਰਥਲੇ ਜ਼ਿਲ੍ਹੇ ਵਿੱਚ ਹੈ। ਤੁਸੀਂ ਸ਼ਾਇਦ ਉਸ ਇਲਾਕੇ ਦੀਆਂ ਸੰਗਤਾਂ ਹੋਣਗੀਆਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਉਹ ਵੱਟੇ ਵੀ ਉੱਥੇ ਪਏ ਨੇ। ਉਹ ਵੱਟੇ ਇਤਿਹਾਸਕ, ਜਦੋਂ ਪੰਜਾਬ ਜਾਂਦੇ ਹੋ ਨਾ, ਆਪਣੇ ਬੱਚਿਆਂ ਨੂੰ ਜਦੋਂ ਲੈ ਕੇ ਜਾਂਦੇ ਹੋ, ਉਦੋਂ ਇਹਨਾਂ ਇਤਿਹਾਸਕ ਅਸਥਾਨਾਂ ਤੇ ਸਾਨੂੰ ਸਭ ਦੇ ਦਰਸ਼ਨ ਦਿਦਾਰੇ ਕਰਾਉਣੇ ਚਾਹੀਦੇ ਹਨ। ਗੁਰੂ ਨਾਨਕ ਪਾਤਸ਼ਾਹ ਇੱਥੇ ਗਏ ਤਾਂ ਉਸ ਸਮੇਂ ਜੈ ਰਾਮ ਜੀ ਨੂੰ ਕਹਿਣ ਲੱਗੇ ਵੀ ਮੈਨੂੰ ਵੀ ਕੋਈ ਥੋੜੀ ਬਹੁਤੀ ਇੱਥੇ ਕੋਈ ਜੌਬ, ਕੋਈ ਨੌਕਰੀ ਲਵਾ ਦਿਓ। ਕਹਿੰਦੇ ਉਸ ਸਮੇਂ ਜਿਹੜਾ ਸੁਲਤਾਨਪੁਰ ਦਾ ਨਵਾਬ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਉਹਦੇ ਕੋਲ ਨੌਕਰੀ ਲਵਾ ਦਿੱਤਾ। ਮੋਦੀ ਆਪਾਂ ਇੱਕ ਛੋਟੀ ਜੀ ਸਾਖੀ ਬਣਾ ਕੇ ਪੇਸ਼ ਕਰ ਦਿੱਤੀ। ਮੋਦੀ ਦੇ ਅਰਥ ਮਹਾਨ ਕੋਸ਼ ਵਿੱਚ ਕਾਨ ਸਿੰਘ ਨਾਭਾ ਜੀ ਨੇ ਲਿਖੇ ਨੇ, ਲੈਣਾ ਤੇ ਦੇਣਾ। ਉਹਨੂੰ ਕਹਿੰਦੇ ਨੇ ਮੋਦੀ ਇੱਥੇ ਕੋਈ ਕੱਲਾ ਕੋਈ ਪਰਚੂਨ ਦੀ ਦੁਕਾਨ ਵਾਲਾ ਨਹੀਂ। ਜਿਸ ਨਵਾਬ ਦੀ ਨੌਕਰੀ ਗੁਰੂ ਨਾਨਕ ਪਾਤਸ਼ਾਹ ਕਰਨ ਲੱਗੇ, ਉਹ ਇੱਕ ਬਹੁਤ ਵੱਡਾ ਮੋਦੀਖਾਨਾ ਸੀ। ਮੋਦੀ ਤਾਂ ਹੋਰ ਵੀ ਬਹੁਤ ਸਨ, ਪਰ ਗੁਰੂ ਨਾਨਕ ਪਾਤਸ਼ਾਹ ਦੇ ਉੱਥੇ ਆਉਣ ਕਰਕੇ ਨਾ, ਜਿਹੜੇ ਨਾਲ ਦੇ ਹੋਰ ਮੋਦੀ ਸਨ, ਉਹਨਾਂ ਦੀ ਪਰਚੋਂ, ਉਹਨਾਂ ਦੀ ਇੱਜ਼ਤ ਵਿੱਚ ਥੋੜਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ। ਕਿਉਂਕਿ ਉਸ ਧਰਤੀ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਦੀ ਇਹ ਨੌਕਰੀ ਸੰਭਾਲੀ ਨਾ, ਸੇਵਾ ਸੰਭਾਲੀ, ਤਾਂ ਸਤਿਗੁਰੂ ਜੀ ਜਦੋਂ ਤੋਲਦੇ ਨੇ ਤਾਂ ਸਤਿਗੁਰੂ ਜੀ ਬਸ 13 ਗਿਣਤੀ 1 ਤੋਂ ਸ਼ੁਰੂ ਕਰਦੇ ਨੇ ਤੇ ਜਾ ਕੇ 13 ਤੇ ਰੁਕ ਜਾਂਦੇ ਨੇ। ਤਾਂ ਫਿਰ ਜਿਹੜੇ ਉਸ ਸਮੇਂ ਹੋਰ ਚੁਗਲਖੋਰ ਲੋਕ ਸਨ, ਚੁਗਲ ਨਿੰਦਕ ਭੁੱਖੇ ਰੁੱਲ ਮੋਏ, ਇਹਨਾਂ ਹੱਥ ਕਿਥਾਊ ਰੋਜ਼ ਬਾਣੀ ਵਿੱਚ ਪੜ੍ਹਦੇ ਆ। ਗੁਰੂ ਨਾਨਕ ਪਾਤਸ਼ਾਹ ਦੀ ਜਾ ਕੇ ਇਹਨਾਂ ਸਭ ਨੇ ਜਿਹੜੇ ਆਪਸ ਵਿੱਚ ਮਿਲੇ ਸਨ, ਕਿਉਂਕਿ ਜਿਹੜੇ ਸੁਲਤਾਨਪੁਰ ਦੀ ਧਰਤੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਕਦੀ ਚੁੱਲ੍ਹਾ ਨਹੀਂ ਸੀ ਬਲਦਾ, ਗੁਰੂ ਨਾਨਕ ਪਾਤਸ਼ਾਹ ਦੇ ਆਉਣ ਕਰਕੇ ਉਸ ਨਗਰ ਵਿੱਚ ਬੁਝੇ ਹੋਏ ਚੁੱਲ੍ਹੇ ਵੀ ਬਲਣੇ ਸ਼ੁਰੂ ਹੋ ਗਏ। ਈਰ ਖਾਲੂ ਜਾ ਕੇ ਕਹਿੰਦੇ ਨਵਾਬ ਜਿਹੜਾ ਹੈਗਾ ਉੱਥੋਂ ਦਾ ਦੌਲਤ ਖਾਂ, ਉਹਨੂੰ ਸ਼ਿਕਾਇਤਾਂ ਕਰਦੇ ਨੇ। ਕਹਿੰਦੇ ਆ ਜਿਹੜਾ ਨਵਾਂ ਮੋਦੀ ਰੱਖ ਤਾਂ ਲਿਆ ਤੁਸੀਂ, ਇਹ ਸਾਰਾ ਮੋਦੀਖਾਨਾ ਖਾਲੀ ਕਰਕੇ ਹੀ ਸਾਹ ਲਊਗਾ। ਬੜੀ ਨਿੰਦਿਆ ਕਰਨੀ, ਗੱਲ ਵਧਾ ਘਟਾ ਕੇ ਪੇਸ਼ ਕਰਨੀ। ਜਦੋਂ ਕਿਸੇ ਦੀ ਗੱਲ ਤੁਸੀਂ ਕਰੀ ਜਾਓ ਤਾਂ ਫਿਰ ਲੋਕਾਂ ਨੂੰ ਵੀ ਜੱਚ ਜਾਂਦੀ ਹੈ ਵੀ ਕਿਤੇ ਸੱਚੀ ਨਾ ਹੋਵੇ। ਹੁਣ ਦੌਲਤ ਖਾਨ ਨੇ ਦੇਖਿਆ ਕਿ ਜਦੋਂ ਸਾਰੇ ਆ ਕੇ ਇਹ ਗੱਲ ਕਹਿੰਦੇ ਨੇ ਪੁਰਾਣੇ ਮੋਦੀ, ਤਾਂ ਹੋ ਸਕਦਾ ਕਿਤੇ ਐਦਾਂ ਹੀ ਨਾ ਹੋ ਜੇ। ਤਾਂ ਗੁਰੂ ਨਾਨਕ ਪਾਤਸ਼ਾਹ ਦਾ 3 ਵਾਰੀ ਲੇਖਾ ਜੋਖਾ ਹੋਇਆ। ਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਵਿੱਚ ਲਿਖਿਆ, ਪਹਿਲੀ ਦਫਾ ਹੋਇਆ, ਦੂਜੀ ਦਫਾ ਹੋਇਆ, ਤੀਜੀ ਦਫਾ ਹੋਇਆ। ਹਰ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪੈਸੇ ਨੇ 750 ਨਿਕਲਦੇ ਨੇ। ਸਭ ਕੁਝ ਹਿਸਾਬ ਕਰਨ ਤੋਂ ਬਾਅਦ, ਲੋਕਾਂ ਨੂੰ ਵੰਡ ਵੰਡਈਆ ਕਰਨ ਤੋਂ ਬਾਅਦ ਸਗੋਂ ਘਟਦੇ ਨਹੀਂ, ਸਗੋਂ ਵੱਧਦੇ ਹੀ ਨੇ, ਵੱਧ ਹੀ ਨਿਕਲਦੇ ਨੇ। ਜੇ ਮਨ ਵਿੱਚ ਇਮਾਨਦਾਰੀ ਹੋਵੇ ਨਾ, ਜੇ ਇਮਾਨਦਾਰੀ ਹੋਵੇ, ਲੋਕ ਤੁਹਾਨੂੰ ਕਿਸ ਨਜ਼ਰ ਨਾਲ ਵੇਖਦੇ ਨੇ ਇਹੋ ਜਿਹਾਂ ਦੀ ਪਰਵਾਹ ਨਹੀਂ ਕਰੀਦੀ। ਇਹ ਗੁਰੂ ਨਾਨਕ ਸਾਹਿਬ ਸਿਖਾ ਕੇ ਗਏ ਨੇ ਵੀ ਜੇ ਤੁਹਾਨੂੰ ਪਤਾ ਸੱਚ ਇਹ ਕਹਿੰਦਾ ਹੈ, ਸੱਚ ਕਹਿੰਦੇ ਬੰਦਿਆ ਤੂੰ ਸੱਚ ਤੇ ਤੁਰ ਪਾ, ਸੱਚ ਤੂੰ ਬੋਲ ਪਾ, ਜਾ ਕੇ ਤੂੰ ਆਰਾਮ ਨਾਲ ਸੌਂ ਜਾ, ਜਿੱਥੇ ਮਰਜ਼ੀ ਫਿਰਦਾ ਰਹੇ, ਤੈਨੂੰ ਜ਼ਿੰਮੇਵਾਰੀ ਲੈਣ ਦੀ ਲੋੜ ਨਹੀਂ, ਮੈਂ ਆਪੇ ਜ਼ਿੰਮੇਵਾਰ ਹਾਂ। ਤੇ ਜੇ ਝੂਠ ਹੋਵੇ ਨਾ ਮਨ ਵਿੱਚ, ਭਾਵੇਂ 50 ਬੰਦਿਆਂ ਨੂੰ ਨਾ ਰਲਾ ਲਓ, ਨੀਂਦ ਤਾਂ ਵੀ ਨਹੀਂ ਆਉਣੀ, ਕਿਉਂਕਿ ਝੂਠ ਕਰਕੇ ਬੰਦਾ ਡਰਿਆ ਰਹਿੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਬੇਪਰਵਾਹ ਨੇ। ਪਹਿਲੀ ਦਫਾ ਜੋਖਾ ਹੋਇਆ 750, ਦੂਜੀ ਵਾਰੀ, ਤੀਜੀ ਵਾਰੀ। ਅਖੀਰ ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈਆ ਜੈ ਰਾਮ ਜੀ ਨੂੰ, ਕਿਉਂਕਿ ਭੈਣ ਨਾਨਕੀ ਦੀ ਸ਼ਾਦੀ ਜੈ ਰਾਮ ਨਾਲ ਹੋਈ ਹੈ, ਰਿਸ਼ਤੇਦਾਰੀ ਵਿੱਚ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੀ, ਜੀਜਾ ਜੀ ਲੱਗਦੇ ਹਨ। ਤੇ ਆਪਣੇ ਭਾਈਆ ਜੈ ਰਾਮ ਜੀ ਨੂੰ ਕਹਿਣ ਲੱਗੇ ਕਿ ਜੈ ਰਾਮ ਜੀ ਅਸੀਂ ਨਹੀਂ ਨੌਕਰੀ ਕਰਨੀ,
कहते भी की गल की होया। गुरु पातशाह जी कहन लगे भी जिथे ईमानदारी नाल, ये सच है भी जे कोई बंदा ईमानदारी नाल कोई काम कर रहा है, जदों तुसीं बार बार उहनूं कही जाओगे जां तां ओह बेईमान बन जू ते जां कोई छड्डो परां कोई होर लभ लो। हुण गुरु नानक देव सच्चे पातशाह जी बख्शिशां दे मालिक भाईया जै राम जी नूं कहण लगे, कहंदे भी मैं नहीं नवाब दी नौकरी करनी। वो कहने भी की गल, कोई लड़ाई झगड़ा होया, किसी ने उच्चा नीवा लफ्ज बोलिया? गुरु नानक पातशाह कहते नहीं, कोई झगड़ा नहीं, कोई लड़ाई नहीं, कुछ नहीं। कहते फिर होया की? धन गुरु नानक देव सच्चे पातशाह कहते जिथे बार बार शक की नज़र दे नाल वेखिया जाए उत्थे फिर इज्जत कोई नहीं, ते इहो जी बेइज्जती वाली नौकरी मैं नहीं करनी। सीधा ठोक के गुरु नानक पातशाह ने कह दिता। इतिहास कहता है नवाब दौलत खां पैरां तक भी आके डिगया, हथ भी जोड़दा, मिन्नतां भी करदा, लोग भी मिन्नतां करदे ने, पर कहंदे निंदक का मुख काला होवा दीन दुनिया के दरबार। जिहड़े चुगलखोर लोग सन, जिहड़े गुरु नानक साहब ते इल्जाम लाउंदे सन, ਉਹ अपना मूँह तां करके तुरन जोगे ना रहे, क्योंकि सच सामने आ गया। गुरु बाबा जी ने फिर नवाब दौलत खां दी नौकरी छड्ड दित्ती, भावें बहुत मिन्नतां तक कीतियां भी तुहानूं होर तनख्वाह माया दे देंगे। पातशाह जी कहन लगे बिल्कुल नहीं, जे हुण नौकरी करांगे, जे हुण नौकरी करनी है तो नौकरी रब दी करांगे, उस अकाल पुरख वाहिगुरू परमेश्वर दी। कहंदे ने फिर इत्थे सुल्तानपुर धन श्री गुरु नानक देव महाराज सच्चे पातशाह जी बख्शिशां दे मालिक, फिर वेई नदी उत्थे लागी पैंदी है। वेई नदी, धन गुरु नानक देव सच्चे पातशाह उत्थे गए। गुरु पातशाह जी क्योंकि हमेशा उत्थे जाते सन इशनान करन, क्योंकि उन्हां समयां दे विच वेखो लोग नहरां पानी खाल सूए जिहड़े हुंदे सन, इन्हां विच ही आपां वेखदे हां इशनान करया करदे सन। गुरु नानक पातशाह गए, वेई नदी दे विच टुब्बी लाई, हमेशा जाते इशनान करके आ जाते ने, पर अज गुरु नानक पातशाह गए ने, इतिहास कहंदा परत के नहीं आए। कहंदे सवेर तो शाम हो गई, जिहड़ा सेवादार उत्थे बैठा रहा, उड़ीक करदा रहा, दौड़ के गया, जाके दसदा भाईया जै राम जी नूं, बेबे नानकी नूं पिंड दे विच रौला पै गया, क्योंकि गुरु नानक पातशाह दे आउण करके पिंड विच बुझे चुल्हे चल पे सन। हर घर दे विच रोटी पकनी शुरू हो गई, कोई किसी नाल धक्का नहीं सी करदा। पर जिस दिन गुरु नानक देव सच्चे पातशाह वेई नदी विच प्रवेश कीते, सवेर तो शाम हो गई, शाम तो सवेर हो गई, सवेर तो शाम हो गई, 3 दिन बतीत हो गए। इस रमज पिछे की रहस्य है, इनू कोई प्रचारक लेखक कोई कवि दस नहीं सकता। इस रमज पिछे की रहस्य है। 3 दिन बतीत हो गए, अखीर कहंदे बेबे नानकी जी ना उन्हां दा बहुत विश्वास है। पिंड दियां बीबियां और सारे इकट्ठे आउंदे ने, घर आउंदे ने, पल्लियां तक भी विछा दित्तियां गईयां, अफसोस करने भी लोग आने शुरू हो गए। पर बेबे नानकी जी किसे नाल कोई गल नहीं करते, कुछ भी नहीं बोलते। अखीर कहंदे 2 दिनां बाद पिंड दियां बीबियां ने इकट्ठियां होके उन्हां आखिया भी शायद बेबे नानकी नूं वीर दा सदमा लग गया। तुसीं वेखो कई दफ़ा किसी बंदे नूं कोई सदमा लग जे ना, वो गुम हो जाता है, बिल्कुल किसी नाल कोई गलबात कुछ नहीं करता, चुप ही हो जाता है। इतिहासकार कहंदे बेबे नानकी नहीं बोले, पर उन्हां दे अंदर की चल रहा ये केवल बेबे नानकी जी ही जानते ने। कहंदे उस समय कुछ कमाइयां ने आखिया कि तुसीं बेबे नानकी दे कोल जाके कुछ विराग दीयां गल्लां करो, रोण दीयां इहो जिहियां गल्लां करो, ताकि जिहड़ा सदमा लग्या, जिहड़ा रोना वो अंदरों निकले जारो जार, ते वो बिल्कुल फिर ठीक हो जाण। बड़ियां गल्लां कीतियां गईयां, इत्थों तक भी आख्या कि भैण नानकी, बेबे नानकी, तेरा वीर वेई नदी दे विच डुब गया, उहने वापस नहीं आउणा। इमोशनल करन वालियां भी गल्लां आखियां कि बचपन दे विच भाव जिहड़े माता पिता हन, जवानी विच इन्हां दी बुढ़ेपे दी डंगोरी बनना सी नानक ने, ते हुण कहंदे ओ वापस नहीं आउणा, ओ इस वेई नदी विच डुब गया है। देखो किसी नूं
ਰਵਾਉਣਾ ਹੋਵੇ ਨਾ, ਮੈਂ ਹਮੇਸ਼ਾ ਅਰਜ਼ ਕੀਤੀ ਹੈ, ਮਸਕੀਨ ਸਾਹਿਬ ਜੀ ਦੇ ਬੜੇ ਪਿਆਰੇ ਬੋਲ ਨੇ। ਉਹ ਕਹਿੰਦੇ ਥਮਤੇ ਥਮਤੇ ਥਮੇਗੇ ਆਂਸੂ, ਇਹ ਰੋਣਾ ਹੈ ਹਸੀ ਨਹੀਂ। ਕੋਈ ਬੰਦਾ ਹੱਸਦਾ ਹੋਵੇ, ਉਹਨੂੰ ਇੱਕਦਮ ਹੱਸਦੇ ਨੂੰ ਚੁੱਪ ਕਰਾ ਦਿਓ, ਉਹਨੇ ਉੱਥੇ ਹੀ ਚੁੱਪ ਹੋ ਜਾਣਾ। ਕੋਈ ਬੰਦਾ ਰੋਂਦਾ ਹੋਵੇ, ਰੋਂਦੇ ਨੂੰ ਚੁੱਪ ਕਰਾਓ, ਚੁੱਪ ਨਹੀਂ ਹੁੰਦਾ, ਸਗੋਂ ਜ਼ਿਆਦਾ ਰੋਂਦਾ ਹੈ। ਇੱਕ ਕਦੇ ਤੁਸੀਂ ਦੇਖਿਓ, ਕੋਈ ਬੰਦਾ ਰੋਂਦਾ ਹੋਵੇ, ਉਹਨੂੰ ਤੁਸੀਂ ਕਹੋ ਵੀ ਤੂੰ ਕਿਉਂ ਰੋਣਾ, ਕੀ ਗੱਲ, ਉਹ ਹੋਰ ਰੋਏਗਾ। ਕਿਉਂ? ਕਿਉਂਕਿ ਰੋਣਾ ਹਮੇਸ਼ਾ ਅੰਦਰੋਂ ਹੁੰਦਾ ਹੈ, ਅੰਦਰੋਂ, ਹਾਸਾ ਉੱਪਰੋਂ। ਹੁਣ ਜਦੋਂ ਗੱਲਾਂ ਬੜੀਆਂ ਕੀਤੀਆਂ ਕਿ ਉਹ ਵੇਈ ਨਦੀ ਵਿੱਚ ਡੁੱਬ ਕੇ ਵਾਪਸ ਨਹੀਂ ਆਉਣਾ, ਹੁਣ ਤੇ ਬੇਬੇ ਨਾਨਕੀ ਜੀ, ਸ੍ਰੀ ਚੰਦ ਲਖਮੀ ਦਾਸ, ਇਹਦੀ ਵੀ ਪਰਵਰਿਸ਼ ਤੁਹਾਨੂੰ ਕਰਨੀ ਪੈਣੀ ਹੈ। ਮਹਿਤਾ ਕਲਿਆਣ ਦਾਸ ਪਿਤਾ ਦੀ, ਮਾਤਾ ਤ੍ਰਿਪਤਾ ਦੀ, ਇਹਨਾਂ ਦੀ ਵੀ ਸੇਵਾ ਸੰਭਾਲ ਤੁਹਾਨੂੰ ਕਰਨੀ ਪੈਣੀ ਹੈ। ਤੁਸੀਂ ਚੁੱਪਚਾਪ ਨਾ ਬੈਠੋ, ਕੁਝ ਬੋਲੋ, ਕਿਉਂਕਿ ਹੁਣ ਆਉਣ ਵਾਲਾ ਸਮਾਂ, ਬੱਚੇ ਪਰਿਵਾਰ ਤੁਸੀਂ ਸੰਭਾਲਣੇ ਨੇ। ਕਹਿੰਦੇ ਹੁਣ ਵੀਰ ਨਾਨਕ ਨੇ ਪਰਤ ਕੇ ਨਹੀਂ ਆਉਣਾ। ਪਰ ਭੈਣ ਨਾਨਕੀ, ਵੇਖੋ ਮੈਂ ਹਮੇਸ਼ਾ ਬੇਨਤੀ ਕਰਦਾ ਵੀ ਜਿਨ੍ਹਾਂ ਬੀਬੀਆਂ ਭੈਣਾਂ ਦੇ ਘਰ ਕੋਈ ਔਲਾਦ, ਧੀ ਪੁੱਤਰ, ਬੱਚਾ, ਕਈ ਸਾਡੇ ਪ੍ਰਚਾਰਕ ਵੀ ਸ਼ਬਦ ਪੜ੍ਹਦੇ ਨੇ, ਕਈ ਮੇਰੇ ਵਰਗੇ ਵੀ ਕਹਿੰਦੇ ਪੁੱਤੀ ਗੰਢ ਪਵੈ ਸੰਸਾਰ, ਪੁੱਤੀ ਗੰਢ ਪਵੈ ਸੰਸਾਰ। ਜਿਹੜੀ ਬੀਬੀ ਦੇ ਔਲਾਦ ਨਹੀਂ ਹੁੰਦੀ ਤੇ ਉਹ ਗੁਰੂ ਕੋਲ ਬਹਿ ਕੇ ਰੋਂਦੀ ਨਹੀਂ ਹੋਵੇਗੀ ਕਿ ਵੀ ਬਾਣੀ ਵਿੱਚ ਲਿਖਿਆ ਪੁੱਤੀ ਗੰਢ ਪਵੈ ਸੰਸਾਰ। ਕੋਈ ਪੁੱਤਾਂ ਨਾਲ ਸੰਸਾਰ ਵਿੱਚ ਗੰਢ ਨਹੀਂ ਪੈਂਦੀ। ਇੱਥੇ 4-4 ਪੁੱਤਾਂ ਵਾਲਿਆਂ ਨੂੰ ਵੀ ਕੋਈ ਪੁੱਛਦਾ ਤੱਕ ਨਹੀਂ। ਇੱਥੇ ਦੁਨੀਆ ਦੇ ਵਿੱਚ ਜੇ ਨਾਮ ਰਹੇਗਾ, ਨਾਮ ਰਹਿਓ, ਸਾਧੂ ਰਹਿਓ ਗੁਰੂ ਗੋਬਿੰਦ, ਤੁਹਾਡਾ ਨਾਮ ਰਹੇਗਾ ਚੰਗੇ ਸ਼ੁਭ ਕਰਮ ਕਰਨ ਕਰਕੇ। ਜੇ ਪੁੱਤਾਂ ਦੀ ਗੱਲ ਕਰੀਏ, ਕਿ ਬੇਬੇ ਨਾਨਕੀ ਨੂੰ ਕੋਈ ਯਾਦ ਨਹੀਂ ਕਰਦਾ? ਬੇਬੇ ਨਾਨਕੀ ਦੀ ਕੁੱਖ ਤੋਂ ਕਿਸੇ ਵੀ ਔਲਾਦ ਦਾ ਜਨਮ ਨਹੀਂ ਹੋਇਆ, ਬੇਬੇ ਨਾਨਕੀ ਦੇ। ਤੇ ਕੀ ਬੇਬੇ ਨਾਨਕੀ ਨੂੰ ਆਪਾਂ ਯਾਦ ਨਹੀਂ ਕਰਦੇ? ਜਿੰਨੀ ਸੋਭਾ, ਜਿੰਨੀ ਵਡਿਆਈ ਬੇਬੇ ਨਾਨਕੀ ਦੀ ਹੈ ਦੁਨੀਆ ਦੇ ਵਿੱਚ, ਮੇਰੇ ਖਿਆਲ 'ਚ ਹੈ ਕਿਸੇ ਧਰਮ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਦ੍ਰੋਪਦੀ ਦਾ ਪੜ੍ਹ ਕੇ ਦੇਖ ਲਓ, ਹੋਰ ਸੀਤਾ ਜੀ ਵਰਗੀਆਂ ਦਾ ਪੜ੍ਹ ਕੇ ਦੇਖ ਲਓ, ਤੁਹਾਨੂੰ ਕਿਤੇ ਵੀ ਐਦਾਂ ਦਾ ਜਿਗਰਾ ਤੇ ਐਸਾ ਇਤਿਹਾਸ ਬੇਬੇ ਨਾਨਕੀ ਵਰਗਾ ਨਹੀਂ ਮਿਲਣਾ। ਖੈਰ ਬੇਨਤੀ ਕਰਾਂ, ਕਹਿੰਦੇ ਪਹਿਲਾ ਦਿਨ, ਦੂਜਾ ਦਿਨ, ਤੀਜੇ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਵੇਈ ਨਦੀ ਦੇ ਵਿੱਚੋਂ ਬਾਹਰ ਆ ਗਏ ਤੇ ਜਿਹੜੇ ਉੱਥੇ ਬੈਠੇ ਸਨ ਉਹ ਭੱਜੇ ਗਏ ਬੇਬੇ ਨਾਨਕੀ ਦੇ ਕੋਲ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਭੈਣ ਨਾਨਕੀ, ਤੇਰਾ ਵਿਸ਼ਵਾਸ, ਪਰਬਤਾਂ ਨੂੰ ਤਾਂ ਖੰਭ ਲੱਗ ਸਕਦੇ ਨੇ, ਸਮੁੰਦਰਾਂ ਦੇ ਵਿੱਚ ਪਾਣੀਆਂ ਨੂੰ ਤਾਂ ਅੱਗ ਲੱਗ ਸਕਦੀ ਹੈ, ਸੂਰਜ ਦੇ ਵਿੱਚੋਂ ਤਾਂ ਬਰਫ਼ ਨਿਕਲ ਸਕਦੀ ਹੈ, ਪਰ ਬੇਬੇ ਨਾਨਕੀ ਤੇਰਾ ਵਿਸ਼ਵਾਸ ਇੰਨਾ ਕੁ ਅਟੱਲ ਹੈ, ਕੋਈ ਡੁਲਾ ਨਹੀਂ ਸਕਦਾ। ਇੰਨਾ ਵੱਡਾ ਵਿਸ਼ਵਾਸ। ਜਦੋਂ ਕਹਿੰਦੇ ਸਨ ਨਾ ਪਿੰਡ ਦੇ ਲੋਕ ਕਿ ਬੇਬੇ ਨਾਨਕੀ ਤੇਰਾ ਵੀਰ ਡੁੱਬ ਗਿਆ, ਤੇ ਬੇਬੇ ਨਾਨਕੀ ਕਹਿੰਦੀ ਮੇਰਾ ਵੀਰ ਡੁੱਬ ਗਿਆ, ਉਹ ਤਾਂ ਡੁੱਬਿਆ ਹੋਇਆਂ ਨੂੰ ਕੱਢਣ ਵਾਸਤੇ ਆਇਆ ਹੈ, ਉਹ ਤਾਂ ਡੁੱਬਿਆਂ ਹੋਇਆਂ ਨੂੰ ਬੰਨੇ ਲਾਉਣ ਆਇਆ ਹੈ। ਕਿਉਂਕਿ ਜਿਹੜੇ ਲੋਕ ਆਪਣੀ ਪ੍ਰਭਤਾ ਵਿੱਚ, ਹੰਕਾਰ ਵਿੱਚ, ਹਉਮੈ ਵਿੱਚ, ਵਿਸ਼ੇ ਵਿਕਾਰਾਂ ਵਿੱਚ ਜਿਹੜੇ ਲੋਕ ਡੁੱਬ ਚੁੱਕੇ ਸਨ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕੱਢਣ ਆਏ ਨੇ। ਭੂਮੀਆਂ ਚੋਰ ਡੁੱਬ ਰਿਹਾ ਸੀ ਚੋਰੀ ਵਿੱਚ, ਵਲੀ ਕੰਧਾਰੀ ਉੱਚੇ ਪਹਾੜਾਂ ਦੇ ਉੱਪਰ ਬਹਿ ਕੇ ਵੀ ਸੋਚ ਉਹਦੀ ਨੀਵੀਂ ਸੀ, ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਡੁੱਬਦੇ ਹੋਏ ਨੂੰ ਕੱਢਿਆ। ਸੱਜਣ ਠੱਗ ਕੌਡਾ ਰਾਖਸ਼ ਸੋਹਣੇ ਬਾਲੇ ਕੱਪੜੇ ਪਾਏ ਸੀ, ਬਸਤਰ ਚੋਲੇ ਪੁਸ਼ਾਕਾਂ ਪਾਈਆਂ ਸਨ, ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਠੱਗਾਂ ਦੀ ਬਿਰਤੀ ਦੇ ਵਿੱਚੋਂ, ਠੱਗ ਬਿਰਤੀ ਉਹਦੇ ਅੰਦਰੋਂ ਕੱਢੀ। ਉਹਨੂੰ ਕਹਿੰਦੇ ਸੀ ਲੋਕ ਸੱਜਣ। ਕੇਵਲ ਗੁਰੂ ਨਾਨਕ ਸਾਹਿਬ ਸਨ ਜਿਨ੍ਹਾਂ ਨੇ ਮੂੰਹ ਤੇ ਆਖਿਆ ਤੂੰ ਸੱਜਣ ਦੇ ਰੂਪ ਦੇ ਵਿੱਚ ਠੱਗ ਹੈ। ਵੇਖੋ ਕਿਸੇ ਸੰਤ ਨੂੰ ਤਾਂ ਸੰਤ ਕਹਿਣਾ ਬਹੁਤ ਸੌਖਾ ਹੈ, ਕਿਸੇ ਇਮਾਨਦਾਰ ਬੰਦੇ ਨੂੰ ਇਮਾਨਦਾਰ ਕਹਿਣਾ ਬਹੁਤ ਸੌਖਾ ਕਹਿ ਦਿਓਗੇ, ਕਿਸੇ ਠੱਗ ਨੂੰ ਠੱਗ ਕਹਿ ਕੇ ਵੇਖੋ। ਹਾਲਾਂਕਿ ਕਿਸੇ ਅਮਲੀ ਨੂੰ ਵੀ ਕਹਿ ਕੇ ਦੇਖੋ ਤੂੰ ਅਮਲੀ ਹੈ, ਭਾਵੇਂ ਉਹ ਇੰਨੀ ਕੌਂ ਦੇ ਸਿਰਜਣੀ ਰੋਜ਼ ਖਾਂਦਾ ਹੋਵੇ, ਉਹਨੂੰ ਕਹਿ ਦਿਓ ਤੂੰ ਅਮਲੀ ਆ, ਉਹ ਵੀ ਤੁਹਾਡੇ ਗਲ ਪੈ ਜੂ, ਉਹ ਵੀ ਅਮਲੀ ਕਹਾਉਣ ਨੂੰ ਤਿਆਰ ਨਹੀਂ। ਭਾਵੇਂ ਰੋਜ਼ 4 ਬੋਤਲਾਂ ਸ਼ਰਾਬ ਦੀਆਂ ਪੀਂਦਾ ਹੋਵੇ, ਉਹਨੂੰ ਵੀ ਕਹੋ ਸ਼ਰਾਬੀ ਜਾਂ ਨਾ ਹੋਵੇ, ਤੇ ਉਹਨੇ ਵੀ ਡੰਡਾ ਚੁੱਕ ਲੈਣਾ, ਮੈਨੂੰ ਸ਼ਰਾਬੀ ਕਹਿੰਦੇ ਹੋ, ਇਹ ਹਕੀਕਤ ਹੈ। ਪਰ ਕਹਿੰਦੇ ਕਿਸੇ ਠੱਗ ਨੂੰ ਠੱਗ ਕਹਿਣਾ ਇਹ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਆਇਆ। ਕਿਸੇ ਬਾਬਰ ਨੂੰ ਜਾਬਰ ਕਹਿਣਾ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਹਿੱਸੇ ਆਇਆ। ਤੇ ਬੇਬੇ ਨਾਨਕੀ ਕਹਿੰਦੀ ਮੇਰਾ ਵੀਰ ਡੁੱਬਿਆ ਨਹੀਂ, ਉਹ ਤਾਂ ਡੁੱਬੇ ਹੋਇਆਂ ਨੂੰ ਬੰਨੇ ਲਾਉਣ ਵਾਸਤੇ ਆਇਆ।
ਉਹ ਤੇ ਮਹਾਨ ਨੇ। ਗੁਰੂ ਨਾਨਕ ਪਾਤਸ਼ਾਹ ਉਸ ਵੇਈ ਨਦੀ ਵਿੱਚੋਂ ਨਿਕਲੇ, ਕਿਉਂਕਿ ਸਮਾਂ ਮੈਨੂੰ 12:10 ਦਾ ਹੈ, ਜੇ 5 ਮਿੰਟ ਹੋ ਗਏ ਤਾਂ ਜੀ ਤੁਸੀਂ ਖਿਮਾ ਕਰਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੋਂ ਉੱਠੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਗੁਰੂ ਤੇ ਚਲੋ ਆਪਾਂ ਤੁਸੀਂ ਸਾਰੇ ਬੈਠੇ ਹੋ, ਜੋ ਇੱਥੋਂ ਦਾ ਰੂਲ ਹੈ, ਸਿਸਟਮ ਹੈ, ਉਹਨੂੰ ਵੀ ਆਪਾਂ ਫੋਲੋ ਕਰਨਾ, ਮਾਸਕ ਵਗੈਰਾ ਜੋ ਵੀ, ਪਰ ਗੱਲ ਵਿਸ਼ਵਾਸ ਦੀ ਹੈ। ਮੇਰੇ ਖਿਆਲ 'ਚ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਕਿਸਾਨ ਬੈਠੇ ਨੇ, ਲੱਖਾਂ ਦੀ ਗਿਣਤੀ ਵਿੱਚ। ਕੋਈ ਸੈਨਾਟਾਈਜ਼ਰ ਨਹੀਂ ਉਹਨਾਂ ਕੋਲ। ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਤੇ ਭਰੋਸਾ ਰੱਖ ਕੇ, ਉਸ ਮਾਲਕ ਵਾਹਿਗੁਰੂ ਤੇ ਯਕੀਨ ਭਰੋਸਾ ਬਣਾ ਕੇ ਉਹ ਮੰਗਾਂ ਨਹੀਂ ਮੰਗ ਰਹੇ। ਮੰਗ ਤਾਂ ਉਹ ਹੁੰਦੀ ਵੀ ਕਿਸੇ ਤੋਂ ਭੀਖ ਮੰਗਣੀ, ਉਹ ਆਪਣਾ ਹੱਕ ਮੰਗ ਰਹੇ ਨੇ, ਆਪਣੇ ਹੱਕਾਂ ਵਾਸਤੇ ਬੈਠੇ ਨੇ। ਮੰਗ ਲਫ਼ਜ਼ ਨਾ ਵਰਤੋ ਵੀ ਉਹ ਮੰਗ ਮੰਗਦੇ ਨੇ, ਨਹੀਂ, ਉਹ ਆਪਣਾ ਹੱਕ ਮੰਗਦੇ ਨੇ। ਖੈਰ ਵਿਸ਼ੇ ਵੱਲ ਆ ਜਾਈਏ। ਸਤਿਗੁਰੂ ਜੀ ਕਿਰਪਾ ਕਰਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇਈ ਨਦੀ ਤੋਂ ਉੱਠੇ ਨੇ ਤੇ ਸ਼ਮਸ਼ਾਨ ਘਾਟ ਜਾ ਕੇ ਬਹਿ ਗਏ। ਸ਼ਮਸ਼ਾਨ ਘਾਟ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ, ਪਰ ਬੇਬੇ ਨਾਨਕੀ ਦਾ ਵਿਸ਼ਵਾਸ ਅਟੱਲ ਹੈ। ਮੇਰੀ ਉਹ ਭੈਣੋ, ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ, ਮੇਰੇ ਖਿਆਲ 'ਚ ਬੇਬੇ ਨਾਨਕੀ ਸਾਨੂੰ ਇਹ ਸਿਖਾ ਕੇ ਗਏ ਨੇ, ਸਾਨੂੰ ਦੱਸ ਕੇ ਗਏ ਨੇ ਵੀ ਜਿੰਨਾ ਵਿਸ਼ਵਾਸ ਮੇਰਾ ਮੇਰੇ ਵੀਰ ਤੇ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਤੇ, ਇੰਨਾ ਹੀ ਵਿਸ਼ਵਾਸ ਤੁਸੀਂ ਗੁਰੂ ਨਾਨਕ ਸਾਹਿਬ ਤੇ ਬਣਾ ਕੇ ਰੱਖਿਓ। ਡੋਲਿਓ ਨਾ। ਆ ਜਿਹੜੇ ਜੋਤਸ਼ੀ ਨੇ, ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਆ ਨਾ, ਇਹਨਾਂ ਨੂੰ ਪਰੇ ਕਰ ਦਿਓ। ਆਪਣੇ ਮਨ ਵਿੱਚ ਹਮੇਸ਼ਾ, ਜੇ ਪੂਰਾ ਸ਼ਬਦ ਨਹੀਂ ਤਾਂ ਰੋਜ਼ ਆਹੀ ਪੰਕਤੀਆਂ ਪੜ੍ਹਦੇ ਰਹੋ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ। ਕੱਲ ਦੇ ਅਰਥ ਨੇ ਇੱਜ਼ਤ। ਸਭ ਤੋਂ ਵੱਡਾ ਮੇਰਾ ਵਾਹਿਗੁਰੂ, ਜੇ ਮੈਂ ਉਹਨੂੰ ਧਿਆਉਣਾ ਤਾਂ ਉਹ ਵਾਹਿਗੁਰੂ ਮੈਨੂੰ ਕਿਤੇ ਬੇਇੱਜ਼ਤ ਨਹੀਂ ਹੋਣ ਦਿੰਦਾ। ਉਹ ਮੇਰੀ ਇੱਜ਼ਤ ਰੱਖਦਾ ਹੈ, ਉਹ ਮੇਰੇ ਅੰਗ ਸੰਗ ਰਹਿੰਦਾ ਹੈ। ਅੰਗ ਸੰਗ ਤੋਂ ਮੁਰਾਦ ਕੀ ਹੁੰਦਾ ਹੈ? ਵੀ ਜਿੰਨਾ ਚਿਰ ਬੰਦਿਆ ਤੇਰੇ ਅੰਦਰ ਸਵਾਸ ਚੱਲਦੇ ਹੈ ਨਾ, ਤੁਸੀਂ ਰੋਜ਼ ਜਾਪ ਸਾਹਿਬ ਪੜ੍ਹਦੇ ਹੋ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਦੋ ਕਾਲੰ ਪ੍ਰਨਾਸੀ ਦਇਆਲੰ ਸਰੂਪੇ। ਅੰਗ ਸੰਗ ਦੇ ਅਰਥ ਕੀ ਨੇ? ਵੀ ਪ੍ਰਮਾਤਮਾ ਅੰਗ ਸੰਗ ਹੈ। ਅੰਗ ਸੰਗ ਦੇ ਅਰਥ ਹੁੰਦੇ ਨੇ ਵੀ ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਨੇ, ਉਸ ਮਾਲਕ ਦੀ ਸੋਭਾ ਕਰਦਾ ਰਹੀਂ, ਉਹ ਤੇਰੇ ਅੰਗ ਸੰਗ ਹੀ ਹੈ ਉਸ ਮਾਲਕ ਦੀ। ਜਦੋਂ ਜਾ ਕੇ ਕਹਿੰਦੇ ਸ਼ਮਸ਼ਾਨ ਭੂਮੀ ਵਿੱਚ ਬਹਿ ਗਏ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਤੇ ਮੈਂ ਇੱਥੋਂ ਇਹ ਸਮਝਿਆ, ਗੁਰੂ ਨੇ ਸਮਝਾਇਆ ਕਿ ਸ਼ਮਸ਼ਾਨ ਘਾਟ ਦੇ ਵਿੱਚ, ਜਿੱਥੇ ਲੋਕ ਸ਼ਮਸ਼ਾਨ ਘਾਟ ਤੋਂ ਡਰਦੇ ਨੇ, ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਲੋਕ ਪਲਾਟ ਨਹੀਂ ਖਰੀਦਦੇ, ਕਹਿੰਦੇ ਭੂਤ ਨਾ ਰਹਿੰਦੇ ਹੋਣੇ ਇੱਥੋਂ, ਇੱਥੇ ਭੂਤ ਹੋਣਗੇ। ਪਰ ਜਦੋਂ ਬਾਣੀ ਪੜ੍ਹਦੇ ਆ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੰਦਿਆ ਸਭ ਤੋਂ ਵੱਡਾ ਭੂਤ ਤੂੰ ਹੀ ਹੈ। ਉਹ ਘਰ ਹੀ ਭੂਤਾਂ ਦਾ ਕਿਹੜਾ? ਕਬੀਰ ਜਿਹੇ ਘਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੀ, ਤੇ ਘਰ ਮਰ ਹਟ ਸਾਰਖੇ, ਭੂਤ ਬਸੈ ਤਿਨ ਮਾਹੀ। ਜਿਹੇ ਘਰ ਸਾਧ, ਸਾਧ ਕੀ ਹੈ? ਪਰਮਾਤਮਾ ਦੀ ਬੰਦਗੀ, ਉਹਦਾ ਨਾਮ, ਉਹਦਾ ਸ਼ੁਕਰਾਨਾ। ਜਿਸ ਘਰ ਵਿੱਚ ਭਾਵੇਂ ਉਹ ਘਰ ਇੱਟਾਂ ਦਾ ਬਣਿਆ ਤੇ ਭਾਵੇਂ ਉਹ ਹਿਰਦਾ ਰੂਪ ਘਰ ਹੈ, ਜਿਸ ਘਰ ਦੇ ਵਿੱਚ ਮਾਲਕ ਦੀ ਸੋਭਾ ਵਡਿਆਈ ਨਹੀਂ, ਜਿਹੇ ਘਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੇ। ਕੋਈ ਆਏ ਗਏ ਅਥਿਤੀ ਰਾਹੀ ਪਾਂਦੀ ਲੋੜਵੰਦ ਦੀ, ਉਹਦੇ ਹੱਕ ਦੇ ਵਿੱਚ ਆਵਾਜ਼ ਨਹੀਂ ਨਾ ਉੱਠਦੀ। ਕਹਿੰਦੇ ਤੇ ਘਰ ਮਰਹਟ, ਮਰਹਟ ਕਹਿੰਦੇ ਨੇ ਸ਼ਮਸ਼ਾਨ ਭੂਮੀ, ਤੇ ਘਰ ਮਰਹਟ ਸਾਰਖੇ, ਸਾਰਖੇ ਦੇ ਅਰਥ ਨੇ ਉਹਨਾਂ ਵਰਗੇ। ਭੂਤ ਬਸੈ ਤਿਨ ਮਾਹੇ, ਭੂਤ ਸ਼ਮਸ਼ਾਨ ਘਾਟਾਂ ਚੋਂ ਨਹੀਂ ਮਿਲਣੇ। ਅੱਜ ਤੱਕ ਨਹੀਂ ਮੈਂ ਸ਼ਮਸ਼ਾਨ ਘਾਟ ਵਿੱਚ ਭੂਤ ਵੇਖਿਆ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਘਰ ਵਿੱਚ ਰਹਿੰਦੇ ਨੇ, ਮਾਲਕ ਦਾ ਸ਼ੁਕਰਾਨਾ ਨਹੀਂ ਕਰਦੇ, ਉਹਦੀ ਵਡਿਆਈ ਨਹੀਂ ਕਰਦੇ, ਕਹਿੰਦੇ ਉਹ ਲੋਕ ਜਿਉਂਦੇ ਜਾਗਦੇ ਹੀ ਭੂਤ ਨੇ, ਜਿਉਂਦੇ ਜਾਗਦੇ ਹੀ। ਰੱਬ ਦਾ ਸ਼ੁਕਰਾਨਾ ਨਾ ਕਰਨਾ, ਜਦੋਂ ਕੋਲੇ ਕੁਝ ਨਹੀਂ ਸੀ ਉਦੋਂ ਰੱਬ ਅੱਗੇ ਅਰਦਾਸਾਂ ਕਰਨੀਆਂ, ਤੇ ਜਦੋਂ ਇੰਜ ਕਹ ਲਓ 4 ਟਕੇ ਆ ਗਏ, ਉਦੋਂ ਕਹਿੰਦੇ ਰੱਬ ਕੀ ਹੁੰਦਾ ਹੈ? ਕਿਹੜਾ ਰੱਬ, ਕਿਹੜਾ ਗੁਰਦੁਆਰਾ, ਉੱਥੋਂ ਕੀ ਮਿਲਦਾ? ਗੁਰਦੁਆਰੇ ਕਿਹੜਾ ਅੰਬ ਰੱਖੇ ਹੋਏ ਆ? ਲੋਕ ਇਦਾਂ ਦੀਆਂ ਗੱਲਾਂ ਕਰਦੇ। ਅੱਛਾ, ਇਹਦਾ ਮਤਲਬ ਜੇ ਗੁਰਦੁਆਰੇ ਅੰਬ ਰੱਖੇ ਹੋਣ ਫਿਰ ਤੂੰ ਆ ਜਾਏਗਾ ਗੁਰਦੁਆਰੇ? ਉਹ ਗੁਰੂ ਘਰ ਵਿੱਚੋਂ ਪ੍ਰਸ਼ਾਦ ਮਿਲ ਰਿਹਾ, ਪ੍ਰਸ਼ਾਦ ਦੀ ਰੀਸ ਅੰਬ ਕਰ ਲੈਣਗੇ। ਜਿੱਥੇ ਅਰਦਾਸ ਹੁੰਦੀ ਹੈ, ਕਿਰਪਾਨ ਭੇਟ ਹੁੰਦੀ ਹੈ। ਖੈਰ, ਮੈਂ ਜਿਹੜੀ ਬੇਨਤੀ ਕਰ ਲੱਗਾ, ਸਹੀ ਮਾਇਨਿਆਂ ਦੇ ਵਿੱਚ ਉਹੀ ਲੋਕ ਜਿਉਂਦੇ ਜਾਗਦੇ ਭੂਤ ਨੇ
ਜਿਹੜੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ। ਸਮਾਪਤੀ ਵਾਲੇ ਪਾਸੇ ਆਵਾਂ, ਸ਼ਮਸ਼ਾਨ ਘਾਟ ਵਿੱਚ ਗੁਰੂ ਨਾਨਕ ਸਾਹਿਬ ਕਿਉਂ ਬੈਠੇ ਨੇ? ਰਮਜ ਪਿੱਛੇ ਰਹੱਸ ਕੀ ਹੈ? ਗੁਰੂ ਬਾਬਾ ਜੀ ਤਾਂ ਬੈਠੇ ਨੇ ਕਿ ਬੰਦਿਆ, ਜੇ ਤੂੰ ਸੱਚ ਬੋਲਣਾ ਹੈ, ਜੇ ਤੂੰ ਸੱਚ ਦੇ ਮਾਰਗ ਤੇ ਤੁਰਨਾ ਹੈ, ਤਾਂ ਫਿਰ ਆਪਣੇ ਆਪ ਨੂੰ ਮੁਰਦਾ ਬਣਾ ਲਾ। ਆਪਣੇ ਆਪ ਨੂੰ ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਬਣਾ ਲਾ, ਜੇ ਸੱਚ ਦੇ ਰਾਹ ਤੇ ਤੁਰੇਗਾ ਨਾ ਤਾਂ ਹੋ ਸਕਦਾ ਵੀ ਤੈਨੂੰ ਮੌਤ ਦੇ ਰਾਹ ਤੇ ਵੀ ਤੁਰਨਾ ਪੈ ਜੇ। ਸੱਚ ਬੋਲਣਾ ਮੌਤ ਦਾ ਰਸਤਾ ਕਬੂਲ ਕਰਨਾ ਹੈ। ਇਸ ਲਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਬੈਠੇ। ਇੱਥੋਂ ਤੱਕ ਮਹਿਤਾ ਕਾਲੂ ਜੀ, ਕਿਉਂਕਿ ਭਾਵੇਂ ਪਿਤਾ ਜੀ ਹਨ, ਪਰ ਉਹਨਾਂ ਸਮਿਆਂ ਵਿੱਚ ਜਿਹੜਾ ਉਹ ਮਾਹੌਲ ਸੀ ਨਾ, ਉਹ ਪ੍ਰਭਾਵ ਦੇ ਉੱਪਰ ਪਿਆ ਹੋਇਆ ਸੀ। ਆਪਾਂ ਵੀ ਜਿੱਥੋਂ ਆਏ ਆ, ਜਦੋਂ ਆਲੇ ਦਾਲੇ ਇਦਾਂ ਦਾ ਮਾਹੌਲ ਹੋਵੇ ਨਾ, ਤਾਂ ਪਰਿਵਾਰਾਂ ਦੇ ਉੱਪਰ ਉਹ ਜਿਹੜਾ ਪ੍ਰਭਾਵ ਹੈ ਉਹ ਪੈ ਜਾਂਦਾ ਹੈ। ਆਲੇ ਦੁਆਲੇ ਜੈਸੀ ਸੰਗਤ ਵੈਸੀ ਰੰਗਤ, ਜਿੱਦਾਂ ਦੀ ਸੰਗਤ ਕਰੋਗੇ ਰੰਗ ਤੁਹਾਨੂੰ ਉਦਾਂ ਦਾ ਹੀ ਚੜ੍ਹਨਾ ਹੈ। ਖੈਰ ਕਹਿੰਦੇ ਮਹਿਤਾ ਕਾਲੂ ਜੀ ਤੇ ਇਧਰੋਂ ਮਾਤਾ ਤ੍ਰਿਪਤਾ ਜੀ ਕਹਿੰਦੇ ਸਾਰੇ ਦੇਖ ਰਹੇ ਨੇ। ਇੱਥੋਂ ਤੱਕ ਕਿ ਮੌਲਵੀ ਨੂੰ ਬੁਲਾਇਆ ਗਿਆ। ਉਹ ਕਹਿੰਦੇ ਵੀ ਦੇਖਣਾ ਕਰੋ। ਤਾਂ ਪਹਿਲਾਂ ਵੇਈ ਨਦੀ ਵਿੱਚ ਪ੍ਰਵੇਸ਼ ਕਰ ਗਏ, ਹੁਣ ਸ਼ਮਸ਼ਾਨ ਭੂਮੀ ਵਿੱਚ ਬਹਿ ਗਏ। ਕੋਈ ਕੁਝ ਕਹਿੰਦਾ, ਜਿੰਨੇ ਮੂੰਹ ਉਨੀਆਂ ਗੱਲਾਂ ਹੁੰਦੀਆਂ। ਪਿੰਡਾਂ ਵਿੱਚ ਦੇਖੋ, ਜਦੋਂ ਕੋਈ ਬਿਮਾਰ ਹੋ ਜੇ ਨਾ, ਤਾਂ ਸਭ ਫਿਰ ਆਪੋ ਆਪਣੀ ਸਾਰੀਆਂ ਬੀਬੀਆਂ ਸਿਵਲ ਸਰਜਨ ਬਣ ਜਾਂਦੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਭ ਵਿਚਾਰੇ ਆਪੋ ਆਪਣੀ ਦਵਾਈ ਦੱਸਦੇ ਹੁੰਦੇ। ਹੁਣ ਉਸ ਸਮੇਂ ਕਹਿੰਦੇ ਸਾਰਿਆਂ ਨੇ ਆਪੋ ਆਪਣੀ ਦਵਾਈ ਦੱਸੀ। ਕੋਈ ਕਹਿੰਦਾ ਇਹਨੂੰ ਭੂਤ ਚੁੰਬੜ ਗਿਆ, ਕੋਈ ਕਹਿੰਦੇ ਕੋਈ ਓਪਰੀ ਹਵਾ, ਕੋਈ ਕੁਝ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਆਲੇ ਦੁਆਲੇ ਉਹ ਜਿਹੜਾ ਝਾੜਾ ਜਿਹਾ ਕਰਦੇ ਆ, ਇੱਕ ਪਾ ਕੇ ਉਹਦੇ ਵਿੱਚ ਚਮਟੇ ਜੇ ਨਾਲ ਅੱਗ ਜੀ ਫੜ ਕੇ, ਤੇ ਉਹ ਵੀ ਆਲੇ ਦੁਆਲੇ ਅੱਗ ਜੀ ਵੀ ਬੜੀ ਘੁਮਾਈ, ਸਾਰਾ ਲੱਲਾ ਭੱਬਾ ਕੀਤਾ। ਗੁਰੂ ਨਾਨਕ ਸਾਹਿਬ ਐਨ ਆਰਾਮ ਨਾਲ ਬੈਠੇ, ਕਹਿੰਦੇ ਤੂੰ ਕਰੀ ਚੱਲ ਆਪਦਾ ਜਿਹੜਾ ਕਰਨਾ। ਕਰਦਾ ਰਿਹਾ ਕਾਫੀ ਸਮਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਆਖੇ ਭੂਤ ਨਾ, ਕੋਈ ਆਖੇ ਬੇਤਾਲਾ। ਕੋਈ ਭੂਤ ਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ, ਕੋਈ ਕੁਝ ਕਹਿੰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਰੱਬ ਦਾ ਦੀਵਾਨਾ ਹਾਂ, ਦੀਵਾਨਾ ਆਸ਼ਿਕ। ਮੈਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਆਸ਼ਿਕ ਹਾਂ। ਉੱਥੇ ਪੂਰਾ ਸ਼ਬਦ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਹਿਮਤਾਂ ਕੀਤੀਆਂ, ਕਿਉਂਕਿ ਆਪਾਂ ਆਰੰਭ ਕੀਤੇ ਸਨ ਬਚਨ ਸਤਿਗੁਰੂ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ, ਤਾਰੇ ਛੁਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ। ਸਿੰਘ ਦੇ ਅਰਥ ਨੇ ਸ਼ੇਰ। ਜੰਗਲ ਵਿੱਚ ਜਦੋਂ ਸ਼ੇਰ ਭਬਕਾਰ ਮਾਰਦਾ ਹੈ ਨਾ, ਤਾਂ ਮਿਰਗਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਦਾ। ਗੁਰੂ ਨਾਨਕ ਪਾਤਸ਼ਾਹ ਸਿੰਘ ਸ਼ੇਰ ਦੀ ਨਿਆਈ ਨੇ। ਜਦੋਂ ਉਹਨਾਂ ਨੇ ਆਪਣੀ ਬਾਣੀ ਸ਼ਬਦ ਦਾ ਬਾਣ ਦਿੱਤੀ, ਵਾਂਗ ਨਿਵਾਜ ਕਰ, ਜਦੋਂ ਆਵਾਜ਼ ਦਿੱਤੀ ਸਤਨਾਮ ਵਾਹਿਗੁਰੂ ਦਾ ਆਵਾਜ਼ਾਂ ਦਿੱਤਾ, ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸਿੰਘ ਬੁਕੇ ਮਿਰਗਾਵਲੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸ਼ੇਰ ਨੇ ਗੁਰੂ ਨਾਨਕ ਪਾਤਸ਼ਾਹ, ਤੇ ਉਹਨਾਂ ਦੀ ਆਵਾਜ਼ ਸੁਣ ਕੇ ਜਿਹੜੇ ਮਿਰਗ ਕੀ ਨੇ, ਜਿਹੜੇ ਕਰਮ ਕਾਂਡੀ, ਜਿਹੜੇ ਡਰੇ ਹੋਏ ਲੋਕ ਨੇ, ਲੋਕਾਂ ਨੂੰ ਡਰਾ ਰਹੇ ਨੇ। ਜਿਵੇਂ ਸ਼ੇਰ ਦੀ ਭਬਕਾਰ ਸੁਣ ਕੇ ਮਿਰਗ ਨਹੀਂ ਨਾ ਖਲੋਂਦੇ, ਇਸੇ ਤਰ੍ਹਾਂ ਗੁਰੂ ਬਾਬਾ ਜੀ ਦੇ ਉਪਦੇਸ਼ ਅੱਗੇ ਇਹ ਲੋਕ ਮਿਰਗਾਂ ਦੀ ਨਿਆਈ ਨੇ। ਕੋਈ ਖੜਿਆ ਨਹੀਂ, ਸਭ ਕਹਿੰਦੇ ਭੱਜ ਗਏ ਨੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿਸ ਜਿਸ ਜਗ੍ਹਾ ਤੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਕਦਮ ਪਏ, ਉਹ ਸਾਰੀਆਂ ਜਗ੍ਹਾਵਾਂ ਸਤਿਕਾਰਯੋਗ ਪੂਜਣਯੋਗ ਹੋ ਗਈਆਂ। ਸੁਲਤਾਨਪੁਰ ਜਾਓ ਤੇ ਅੱਜ ਵੀ ਉਸ ਅਸਥਾਨ ਦੀ ਜੈ ਜੈਕਾਰ ਹੋ ਰਹੀ ਹੈ। ਅੱਜ ਵੀ ਉੱਥੇ ਮਹਿਮਾ ਵਡਿਆਈ ਗੁਰੂ ਨਾਨਕ ਪਾਤਸ਼ਾਹ ਦੇ ਉਹ ਅਸਥਾਨ ਬਣੇ ਨੇ, ਉਹ ਨਿਸ਼ਾਨੀਆਂ ਪਈਆਂ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਆਉਂਦੀ ਹੈ। ਇਹ ਨਿਸ਼ਾਨੀਆਂ ਕੌਮ ਨੇ, ਪੰਥ ਨੇ, ਜਿਨ੍ਹਾਂ ਨੇ ਸਾਂਭ ਕੇ ਰੱਖੀਆਂ ਨੇ, ਉਹ ਧੰਨ ਨੇ। ਕਿਉਂਕਿ ਘਰ ਵਿੱਚ ਅਸੀਂ ਆਪਣੇ ਬਾਪੂ ਦੀ, ਦਾਦੇ ਦੀ ਫੋਟੋ ਖੂੰਡੀ ਉਹ ਸਾਂਭ ਰੱਖਦੇ ਹਾਂ, ਨਿਆਣਿਆਂ ਨੂੰ ਵਿਖਾਉਂਦੇ ਹਾਂ ਵੀ ਆ ਤੇਰਾ ਦਾਦਾ ਪੜਦਾਦਾ ਸੀ। ਇਸੇ ਤਰ੍ਹਾਂ ਇਹ ਜਿਹੜੇ ਗੁਰੂ ਸਾਹਿਬ ਦੀਆਂ, ਵੈਸੇ ਤਾਂ ਸਭ ਤੋਂ ਵੱਡੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਸਤਿਗੁਰੂ ਸਾਨੂੰ ਇੰਨੀ ਵੱਡੀ ਨਿਸ਼ਾਨੀ ਦੇ ਗਏ, ਜਦੋਂ ਵੀ ਪੜ੍ਹੇਗਾ ਗੁਰੂ ਉਦੋਂ ਹੀ ਚੇਤੇ ਆਏਗਾ। ਪਰ ਇਤਿਹਾਸਕ ਵਿਰਾਸਤਾਂ, ਇਤਿਹਾਸਕ ਨਿਸ਼ਾਨੀਆਂ ਵੀ ਸਤਿਕਾਰਯੋਗ ਨੇ ਤੇ ਸਾਂਭ ਕੇ ਕੌਮ ਨੇ ਰੱਖੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਬਹੁਤ ਆਤ ਵਿੱਚ ਬਹੁਤ ਨਿਸ਼ਾਨੀਆਂ ਨੇ। ਜਾਣੇ ਅਣਜਾਣੇ ਜੇ ਸ਼ਾਇਦ ਸੋਸ਼ਲ ਮੀਡੀਆ ਹੁੰਦਾ ਤਾਂ ਜਿਹੜਾ ਠੰਡਾ ਬੁਰਜ ਸੀ ਨਾ ਫਤਿਹਗੜ੍ਹ ਸਾਹਿਬ ਦਾ,
ਠੰਡਾ ਬੁਰਜ, ਜੇ ਸੋਸ਼ਲ ਮੀਡੀਆ ਹੁੰਦਾ ਉਦੋਂ, ਪਰ ਹੈ ਨਹੀਂ ਸੀ ਉਦੋਂ ਬਹੁਤਾ, ਤਾਂ ਮੇਰੇ ਖਿਆਲ 'ਚ ਉਹ ਬੁਰਜ ਨੂੰ ਕੋਈ ਅਦਲਾ ਬਦਲੀ ਨਹੀਂ ਸੀ ਕਰ ਸਕਦਾ। ਤੇ ਜੇ ਕਿਤੇ ਇੰਨੀ ਕੌਮ ਉਦੋਂ ਜਾਗੀ ਹੁੰਦੀ, ਬਾਬਾ ਦੀਪ ਸਿੰਘ ਜੀ ਦਾ ਬੁਰਜ ਦਮਦਮਾ ਸਾਹਿਬ ਮੈਂ ਰਿਹਾ 5-7 ਸਾਲ, ਉਹ ਬੁਰਜ ਇੰਨਾ ਵੱਡਾ, ਮੇਰੇ ਖਿਆਲ 'ਚ 2 ਮਹੀਨੇ ਢਾਉਂਦੇ ਰਹੇ, 2 ਮਹੀਨੇ ਉਹਨਾਂ ਤੋਂ ਢਿਹਾਈ ਨਹੀਂ। ਉਹਦੇ ਅੰਦਰ ਇਹੋ ਜਿਹਾ ਚੂਨਾ ਭਰਿਆ ਹੋਇਆ ਸੀ। ਇੰਨੀਆਂ ਇਤਿਹਾਸਕ ਸਾਡੀਆਂ ਨਿਸ਼ਾਨੀਆਂ ਸਨ, ਜਿਹਦੀਆਂ ਕੁਝ ਕੁ ਬਾਬਿਆਂ ਨੇ, ਮੈਂ ਕਹਿ ਲਓ ਮਾਫ ਕਰਿਓ, ਇਤਿਹਾਸਕ ਨਿਸ਼ਾਨੀਆਂ ਸਾਡੀਆਂ ਮਲੀਆਂ ਮੇਟ ਕਰ ਦਿੱਤੀਆਂ। ਅਸੀਂ ਵੀ ਵੱਧ ਚੜ੍ਹ ਕੇ ਇੱਥੋਂ ਯੋਗਦਾਨ ਪਾਇਆ, ਡਾਲਰ ਲੈ ਲਓ ਜੀ, ਇਹ ਨਵਾਂ ਬਣਾ ਦਿਓ, ਨਵਾਂ ਬਣਾ ਦਿਓ, ਤੇ ਅਸੀਂ ਵੀ ਆਪਣੀ ਹੱਥੀਂ ਬੜਾ ਕੁਝ ਕੀਤਾ। ਪਰ ਗੁਰੂ ਜੀ ਕਿਰਪਾ ਕਰਨ, ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਬਚ ਗਈਆਂ ਹਨ ਉਹ ਬਚੀਆਂ ਰਹਿਣ, ਮਿਹਰ ਕਰਨ ਸਤਿਗੁਰੂ ਜੀ। ਆਓ ਜੋ ਆਪਾਂ ਲੜੀਵਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਸੀ, ਇੱਕੋ ਪੰਕਤੀ ਪੜ੍ਹ ਕੇ ਮੈਂ ਸਮਾਪਤੀ ਕਰਾਂ। ਪਾਤਸ਼ਾਹ ਕਿਰਪਾ ਕਰਦੇ ਨੇ, ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹਿੰਦੇ ਜਵਾਨੀ, ਬਚਪਨਾ ਜਵਾਨੀ, ਕਿਉਂਕਿ ਪਹਿਲੇ ਬਚਨਾਂ ਵਿੱਚ ਆਖਿਆ ਤਰਨਾ ਪੋ ਇਉਂ ਹੀ ਗਇਓ। ਕਹਿੰਦੇ ਜਿਹੜਾ ਬਚਪਨਾ ਸੀ, ਜਿਹੜੀ ਜਵਾਨੀ ਸੀ, ਉਹ ਹੰਕਾਰ ਵਿੱਚ ਚਲੀ ਗਈ, ਫਿਰ ਬੁਢੇਪਾ ਆ ਗਿਆ। ਬਿਰਧ ਭਇਓ ਸੂਝੈ ਨਹੀਂ, ਹੁਣ ਕਹਿੰਦੇ ਬਜ਼ੁਰਗ ਹੋ ਗਏ ਆ, ਕੋਈ ਪਤਾ ਹੀ ਨਹੀਂ ਲੱਗਦਾ। ਜਦੋਂ ਬਜ਼ੁਰਗ ਹੋ ਜਾਂਦਾ, ਹਰ ਇੱਕ ਨੇ ਇਸ ਸਟੇਜ ਤੇ ਪਹੁੰਚਣਾ। ਜਦੋਂ 80 ਸਾਲਾਂ ਦਾ ਹੋ ਜਾਂਦਾ ਨਾ ਬੰਦਾ, ਨਿਆਣਾ ਆਵਾਜ਼ ਮਾਰਦਾ ਕੋਲੇ ਆ ਕੇ, ਕਹਿੰਦੇ ਬਾਪੂ ਪਛਾਣ ਲਿਆ। ਹੁਣ ਉਹਨੂੰ ਵਿਚਾਰੇ ਨੂੰ ਪਛਾਣ ਨਹੀਂ ਆਉਂਦੀ ਕੋਈ, ਉਹ ਸੋਚਦਾ ਵੀ ਇਹਨੇ ਹੁਣ ਹਟਣਾ ਹੀ ਨਹੀਂ, ਉਹ ਉਂਝ ਹੀ ਸਿਰ ਹਿਲਾ ਦਿੰਦਾ ਖਹਿੜਾ ਛਡਾਉਣ ਦਾ ਮਾਰਾ, ਕਹਿੰਦਾ ਹਾਂ ਪਛਾਣ ਲਿਆ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹਿੰਦੇ ਜਿਸ ਵਕਤ ਇਹ ਅਵਸਥਾ ਬਣ ਗਈ, ਸਰੀਰ ਤੇਰਾ ਬੁੱਢਾ ਹੋ ਗਿਆ, ਕਹਿੰਦੇ ਤੈਨੂੰ ਕੁਝ ਵੀ ਪਤਾ ਨਹੀਂ ਲੱਗਣਾ, ਮੌਤ ਤੇਰੇ ਨੇੜੇ ਆ ਜਾਣੀ। ਕਹੋ ਨਾਨਕ ਨਰ ਬਾਵਰੇ, ਬੰਦਿਆ ਕਮਲਾ ਹੋਇਆ ਫਿਰਦਾ ਪ੍ਰਭਤਾ ਵਿੱਚ, ਹੰਕਾਰ ਦੇ ਵਿੱਚ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਤੂੰ ਉਸ ਮਾਲਕ ਵਾਹਿਗੁਰੂ ਦੀ ਉਸਤਤ ਕਿਉਂ ਨਹੀਂ ਕਰਦਾ, ਉਸ ਰੱਬ ਦੀ ਯਾਦ ਵਿੱਚ ਕਿਉਂ ਨਹੀਂ ਜੁੜਦਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਸੋ ਸਾਰੀਆਂ ਸੰਗਤਾਂ ਨੇ, ਸਟਾਕਟਨ ਦੀਆਂ ਸੰਗਤਾਂ ਵੱਲੋਂ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀਆਂ ਸਾਰੀਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਉਦਮ ਉਪਰਾਲਾ ਕੀਤਾ ਗਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਵਡਿਆਈ ਵਧਾਈ ਦੇ ਪਾਤਰ ਹਨ। ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਭੁੱਲ ਚੁੱਕ ਦੀ क्षमा ਬਖਸ਼ੋ, ਸੀਸ ਬਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਭਾਈ ਸਾਹਿਬਾਨਾਂ ਦੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਰਾਜਨ ਸਿੰਘ ਨੂੰ ਉਸ ਸਟੇਜ ਤੇ ਆ ਜਾਣ, ਆਪ ਜੀ ਨੂੰ ਇੱਕ ਸ਼ਬਦ ਦੇ ਨਾਲ ਨਿਹਾਲ ਕਰਨਗੇ। ਇਹਨਾਂ ਨੂੰ ਅਸੀਂ ਪਹਿਲਾਂ ਵੀ ਇਸ ਸਟੇਜ ਤੋਂ ਬਹੁਤ ਵਾਰੀ ਸੁਣਿਆ, ਬਹੁਤ ਹੀ ਵਧੀਆ ਕੀਰਤਨ ਕਰਦੇ ਹਨ। ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ। ਆਓ ਜੀ, ਇੱਕ ਬੇਨਤੀ ਹੋਰ ਨਾਲ ਹੀ ਕਰਦਾ, ਪਹਿਲਾਂ ਵੀ ਜਿੱਦਾਂ ਕੀਤੀ ਸੀਗੀ, ਮਾਸਕ ਜ਼ਰੂਰ ਲਾ ਕੇ ਆਓ, ਆਪਣਾ ਖਿਆਲ ਰੱਖੋ, ਆਪਣੇ ਆਂਢ ਗੁਆਂਢ ਦਾ ਖਿਆਲ ਰੱਖੋ, ਤੇ ਮਾਸਕ ਲਾ ਕੇ ਬਾਹਰ ਜਾਣਾ, ਕਿਤੇ ਵੀ ਜਾਣਾ। ਲਾਕਡਾਊਨ ਕੱਲ੍ਹ ਤੋਂ, ਅੱਜ ਰਾਤ ਤੋਂ ਸ਼ੁਰੂ ਆ 12 ਵਜੇ ਦੋ ਆਪਣੀ ਕਾਉਂਟੀ ਦੇ ਵਿੱਚ, ਤੇ ਕਰਫਿਊ ਵੀ ਜਾਰੀ ਹੈ ਰਾਤ ਦਾ। ਇਸ ਕਰਕੇ ਆਪਣਾ ਆਪਣਾ ਖਿਆਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।